ਸਤਨਾਮ ਵਾਹਿਗੁਰੂ ਸਾਹਿਬ ਜੀ। ਜਬ ਲੋ ਨਹੀਂ ਪਾਗ ਲਿਲਾਰੂ ਦੈ, ਤਬ ਲੋ ਭ੍ਰਮ ਤੇ ਫਿਰਤੇ ਬਹੁਤ ਆਇਓ। ਕਲ ਘੋਰ ਸਮੁੰਦਰ ਮੈਂ ਬੂੜਤ ਥੇ, ਕਬਹੂ ਮਿਟਹਿ ਨਹੀਂ ਰੇ ਪਛੁਤਾਇਓ। ਤਤ ਵਿਚਾਰ ਜਹੈ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਧਰਨ ਗਗਨ ਨਵ ਖੰਡ ਮਹਿ, ਜੋਤ ਸਭ ਰੂਪੀ ਰਹਿਓ ਪਰ। ਪਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪਰਤਖ ਹਰ। ਬੇਸੁਮਾਰ ਅਥਾਹ ਅਗਨਤ ਤੋਲੈ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਪੰਜਵੇਂ ਕੇ, ਇਕ ਓੰਕਾਰ ਸਤਿਗੁਰ ਪ੍ਰਸਾਦ। ਸਿਮਰੰ ਸੋਈ ਪੁਰਖ ਅਚਲ ਅਬਿਨਾਸੀ, ਜਿਸ ਸਿਮਰਤ ਦੁਰਮਤ ਮਲ ਨਾਸੀ। ਸਤਿਗੁਰ ਚਰਨ ਕਵਲ ਰਿਦਿ ਧਾਰੰ, ਗੁਰ ਅਰਜੁਨ ਗੁਣ ਸਹਜ ਵਿਚਾਰੰ। ਗੁਰ ਰਾਮਦਾਸ ਘਰ ਕੀਓ ਪਰਗਾਸਾ, ਸਗਲ ਮਨੋਰਥ ਪੂਰੀ ਆਸਾ। ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ, ਕਲ ਜੋੜ ਕਰ ਸੁਜਸ ਵਖਾਣਿਓ। ਭਗਤ ਜੋਗ ਕਉ ਜੈਤਵਾਰ, ਹਰ ਜਨਕ ਉਪਾਇਓ। ਸ਼ਬਦ ਗੁਰੂ ਪਰਕਾਸਿਓ, ਹਰ ਰਸਨ ਬਸਾਇਓ। ਗੁਰ ਨਾਨਕ ਅੰਗਦ ਅਮਰ ਲਾਗ, ਉੱਤਮ ਪਦ ਪਾਇਓ। ਗੁਰ ਅਰਜੁਨ ਕਹਿਰ ਗੁਰ ਰਾਮਦਾਸ, ਭਗਤ ਉਤਰ ਆਇਓ। ਗੁਰ ਅਰਜੁਨ ਘਰ ਗੁਰ ਰਾਮਦਾਸ,
ਭਗਤ ਉਤਰ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਦੀਨਾਨਾਥ ਦੀਨ ਪ੍ਰਤਪਾਲਕ ਦੀਨ ਬੰਧੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਾਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਆਪਣੀ ਬਖਸ਼ਿਸ਼ ਭਰੀ, ਮਿਹਰ ਭਰੀ, ਕਰੁਣਾ ਭਰੀ, ਮਿਹਰਾਮਤ ਭਰੀ ਨਜ਼ਰ ਕਰਕੇ ਸਾਨੂੰ ਸਭ ਨੂੰ ਸਤ ਸੰਗਤ ਰੂਪ ਦੇ ਵਿੱਚ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਦਰ ਜੁੜ ਬੈਠਣ ਦਾ, ਸਤ ਸੰਗਤ ਦਾ ਸੁਭਾਗ ਭਰਿਆ ਅਮੋਲਕ ਅਵਸਰ ਬਖਸ਼ਿਸ਼ ਕਰਕੇ ਪਰਮ ਨਿਵਾਜਿਸ਼ ਕੀਤੀ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਕੀ ਰਹਿਮਤ ਮਾਣਦਿਆਂ ਹੋਇਆਂ ਸਤਿਗੁਰੂ ਕੇ ਸ਼ਬਦ ਦੇ ਕੀਰਤਨ ਅਤੇ ਵਿਚਾਰ ਅਭਿਆਸ ਦੇ ਨਾਲ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ, ਸ਼੍ਰੇਸ਼ਟ ਕਰਨ ਦਾ, ਗੁਰਮੁਖਾਂ ਵਾਲੀ ਘਾੜਤ ਕੱਢਣ ਦਾ ਨਿਰਮਲ ਯਤਨ ਕਰ ਰਹੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਵਿਆਖਿਆ ਸ਼ਰਵਣ ਕਰਕੇ ਗੁਰੂ ਸ਼ਬਦ ਦੀ ਰਹਿਮਤ ਨੂੰ ਗਿਆਨ ਰੂਪ ਦੇ ਵਿੱਚ, ਅਧਿਆਤਮਿਕ ਰੂਪ ਦੇ ਵਿੱਚ ਮਾਣਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਭੱਟ ਸਾਹਿਬਾਨਾਂ ਦੀ ਪਾਵਨ ਬਾਣੀ ਦੇ ਨਾਲ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਪੰਜਵੇਂ ਕੇ। ਭੱਟ ਸਾਹਿਬਾਨ, ਕਿਉਂਕਿ ਭੱਟ ਸਾਹਿਬਾਨ ਗੁਰੂ ਅਮਰਦਾਸ ਸਾਹਿਬ ਜੀ ਦੇ ਜੀਵਨ ਕਾਲ ਦੇ ਉਸ ਸਮੇਂ ਵਿੱਚ ਆਏ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਜੋਤੀ ਜੋਤ ਸਮਾ ਰਹੇ ਸਨ। ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਿਆਈ ਕਾਲ ਥੋੜ੍ਹੇ ਸਮੇਂ ਦਾ ਸੀ। ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਗੁਰਿਆਈ ਸਿੰਘਾਸਣ 'ਤੇ ਸੁਭਾਇਮਾਨ ਹੋਏ, ਸ਼ਬਦ ਦਾ ਪ੍ਰਕਾਸ਼ ਕੀਤਾ, ਮਾਨਵਤਾ ਨੂੰ ਇੱਕ ਐਸਾ ਕੇਂਦਰੀ ਅਧਿਆਤਮਿਕ ਤੀਰਥ ਦਿੱਤਾ ਜਿੱਥੋਂ ਸ਼ਬਦ ਕੀਰਤਨ ਦੀ ਅੰਮ੍ਰਿਤ ਧਾਰਾ ਸਦ ਪ੍ਰਵਾਹਿਤ ਹੈ। ਐਸੇ ਦੀਨ ਦਿਆਲ ਸਤਿਗੁਰੂ ਸਾਹਿਬ ਜੀ ਦੀ ਅਗੰਮ ਅਗੋਚਰ ਅਕਥ ਸਰੂਪ ਦੀ ਸਿਫਤ ਕੱਥਦਿਆਂ ਭੱਟ ਸਾਹਿਬਾਨ ਜੀ ਗੁਰੂ ਅਰਜਨ ਸਰੂਪ ਦੀ ਸਿਫਤ ਕਰਦਿਆਂ ਹੋਇਆਂ ਸਵਈਆਂ ਦਾ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਕਾਲ ਪੁਰਖ ਸਿਰਜਣਹਾਰ ਓੰਕਾਰ ਵਿਆਪਕ ਪਰਮੇਸ਼ਰ, ਜੋ ਸਗਲ ਬ੍ਰਹਿਮੰਡ ਦੇ ਅੰਦਰ ਸਤ ਸਰੂਪ ਕਰਕੇ, ਗਿਆਨ ਸਰੂਪ ਕਰਕੇ ਸਭ ਪ੍ਰਕਾਰ ਦੇ ਨਾਲ ਪ੍ਰਕਾਸ਼ਿਤ ਹੋ ਰਿਹਾ ਹੈ। ਐਸੇ ਪਰਮ ਅਕਾਲ ਪੁਰਖ ਸਿਰਜਣਹਾਰ ਦੇ ਸਤ ਸਰੂਪ ਦੀ ਪ੍ਰਾਪਤੀ, ਉਹਦੇ ਪਰਮ ਗਿਆਨ ਸਰੂਪ ਦਾ ਭੇਦ ਗੁਰੂ ਕਿਰਪਾ ਨਾਲ ਹੁੰਦਾ ਹੈ। ਸਿਮਰੰ ਸੋਈ ਪੁਰਖ ਅਚਲ ਅਬਿਨਾਸੀ। ਕਿਉਂਕਿ ਅਸੀਂ ਕੇਵਲ ਬਾਣੀ ਦੀ ਵਿਆਖਿਆ ਸ਼ਰਵਣ ਨਹੀਂ ਕਰਨੀ, ਸਾਡਾ ਵਿਸ਼ਾ ਕੇਵਲ ਗੁਰਬਾਣੀ ਵਿਆਖਿਆ ਸ਼ਰਵਣ ਕਰਨਾ ਨਹੀਂ ਹੈ। ਅਸੀਂ ਇਸ ਤੋਂ ਇੱਕ ਕਦਮ ਗੁਰੂ ਕਿਰਪਾ ਦੇ ਨਾਲ ਹੋਰ ਅੱਗੇ ਜਾਣਾ ਵੀ ਹੈ। ਉਹ ਹੈ ਕਿ ਜਦੋਂ ਭੱਟ ਸਾਹਿਬਾਨ ਗੁਰੂ ਕੀ ਸਿਫਤ ਉਚਾਰਦੇ ਹਨ ਤਾਂ ਉਹ ਪਹਿਲਾਂ ਸਤਿਗੁਰੂ ਸਾਹਿਬ ਜੀ ਦੇ ਨਿਰਗੁਣ ਸਰੂਪ ਨੂੰ ਉਚਾਰਦੇ ਹਨ। ਸਰਗੁਣ ਸਰੂਪ ਦੇ ਵਿੱਚ ਜੋ ਗੁਰੂ ਮੂਰਤ ਦਾ ਪ੍ਰਕਾਸ਼ ਹੋਇਆ, ਹੁਣ ਜਦੋਂ ਕੋਈ ਮਨੁੱਖ, ਜਦੋਂ ਗੁਰੂ ਨਿਰਗੁਣ ਹੈ, ਉਦੋਂ ਉਹਦੇ ਗੁਣਾਂ ਦਾ ਬੋਧ ਪੈਦਾ ਕਰਨਾ ਉੱਚੀ ਸੁਰਤ ਦਾ ਹੀ ਮਸਲਾ ਹੈ। ਜਿਹੜੀ ਸੁਰਤ ਉਚੇਰੀ ਨਹੀਂ ਹੁੰਦੀ, ਉਹਨੂੰ ਗੁਰੂ ਕੀ ਕਿਰਪਾ ਦਾ ਬੋਧ, ਗੁਰੂ ਕੇ ਕੌਤਕਾਂ ਦਾ ਵਰਣਨ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਗੁਰੂ ਸਰਗੁਣ ਭਾਵ ਦੇਹ ਧਾਰ ਕੇ ਜਗਤ ਵਿੱਚ ਪ੍ਰਗਟਦੇ ਹਨ। ਪਰ ਆਪ ਜੀ ਭੱਟ ਸਾਹਿਬਾਨਾਂ ਜੋ 5 ਗੁਰੂ ਸਾਹਿਬਾਨਾਂ ਬਾਰੇ ਉਚਾਰੇ ਨੇ,
ਸਾਰੇ ਗੁਰੂ ਸਾਹਿਬਾਨਾਂ ਬਾਰੇ ਜ਼ਿਕਰ ਕਰੋ। ਭੱਟ ਸਾਹਿਬਾਨਾਂ ਨੇ ਪਹਿਲੀ ਪੰਕਤੀ ਗੁਰੂ ਕੇ ਨਿਰਗੁਣ ਸਰੂਪ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਗੁਰੂ ਸਿਫਤ ਦਾ ਉਚਾਰਨ ਕੀਤਾ ਹੈ। ਜਿਵੇਂ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸਿਫਤ ਉਚਾਰੀ ਸੀ, ਇੱਕ ਮਨ ਪੁਰਖ ਧਿਆਏ ਵਰਦਾਤਾ, ਕਿ ਇੱਕ ਦਾ ਭਾਵ ਕਿ ਜੋ ਗੁਰੂ ਨਾਨਕ ਸਰੂਪ ਇੱਕੋ ਅਕਾਲ ਪੁਰਖ ਸਿਰਜਣਹਾਰ ਹੈ। ਤਾਂ ਹੁਣ ਇਸੇ ਤਰ੍ਹਾਂ ਭੱਟ ਸਾਹਿਬਾਨ ਬਖਸ਼ਿਸ਼ ਕਰਦੇ ਹਨ, ਸਿਮਰੰ ਸੋਈ ਪੁਰਖ ਅਚਾਲਿਆ ਬਿਨਾਸੀ। ਕਿਉਂਕਿ ਅੱਗੇ ਬਹੁਤ ਦਫਾ ਆਪਦੇ ਸਨਮੁਖ ਜ਼ਿਕਰ ਰੱਖਿਆ ਕਿ ਜਿਹੜੀ ਸਿੱਖ ਅਧਿਆਤਮਿਕਤਾ ਹੈ ਇਹਦੇ ਵਿੱਚ ਗੁਰੂ ਦੇ 3 ਰੂਪ ਹਨ। 3 ਰੂਪਾਂ ਦਾ ਭਾਵ ਸਭ ਤੋਂ ਪਹਿਲਾ ਰੂਪ ਹੈ ਜਿਸ ਨੂੰ ਅਸੀਂ ਕੇਵਲ ਸਤਿਗੁਰੂ ਸ਼ਬਦ ਦੇ ਨਾਲ ਹੀ ਕਹਿ ਸਕਦੇ ਹਾਂ। ਉਹਦੇ ਹੋਰ ਕਈ ਐਸੇ ਵਿਸ਼ੇਸ਼ਣ ਬਣ ਸਕਦੇ ਹਨ, ਜਿਵੇਂ ਭੱਟ ਸਾਹਿਬਾਨਾਂ ਨੇ ਕਿਹਾ ਕਿ ਉਹ ਅਵਿਨਾਸ਼ੀ ਹੈ, ਉਹ ਅਮਰ ਹੈ, ਅਜਰ ਹੈ, ਨਿਰਾਕਾਰ ਹੈ। ਇਸ ਕਰਕੇ ਪਹਿਲਾ ਪਰਮ ਸਰੂਪ ਹੈ ਜਿਸ ਨੂੰ ਅਸੀਂ ਸਤਿਗੁਰੂ ਆਖਦੇ ਹਾਂ। ਸਤ ਦਾ ਭਾਵ ਸਦੀਵ, ਗੁਰੂ ਦਾ ਭਾਵ ਜਿਹੜਾ ਸਮੁੱਚੇ ਬ੍ਰਹਿਮੰਡ ਵਿੱਚ ਹਰ ਸਮੇਂ ਹਰ ਰਚਨਾ ਦੇ ਅੰਦਰ ਕਿਤੇ ਗਿਆਨ ਕਰਕੇ, ਕਿਤੇ ਗੁਣ ਕਰਕੇ, ਕਿਸੇ ਨਾ ਕਿਸੇ ਪੱਖ ਦੇ ਨਾਲ ਹਰ ਜਗ੍ਹਾ ਆਪਣੀ ਸੱਤਾ ਦਾ ਪ੍ਰਕਾਸ਼ ਕਰ ਰਿਹਾ, ਗੁਰੂ ਕਾ ਪਰਮ ਸਰੂਪ। ਦੂਸਰਾ ਸਰੂਪ ਹੈ ਗੁਰੂ ਕਾ ਸਰਗੁਣ ਸਰੂਪ, ਜਿਹਨੂੰ ਅਸੀਂ ਕੇਵਲ ਗੁਰੂ ਆਖਦੇ ਹਾਂ। ਕਿ ਜਦੋਂ ਗੁਰੂ ਸਾਹਿਬਾਨਾਂ ਦਾ ਸਦੀਵੀ ਰੂਪ ਮਨੁੱਖਾਂ ਦੇ ਧਾਰਨ ਕਰਕੇ ਇਸ ਯੁੱਗ ਵਿੱਚ ਪ੍ਰਗਟ ਹੋਇਆ ਅਤੇ ਉਹਨਾਂ ਨੇ ਮਨੁੱਖਤਾ ਦੇ ਨਾਲ ਆਪਣਾ ਨਿੱਜ ਸੰਬੰਧ ਬਣਾ ਕੇ ਮਨੁੱਖਤਾ ਨੂੰ ਆਪਣੀ ਪਰਮ ਨਿਵਾਜਿਸ਼ ਨੂੰ ਪ੍ਰਤੱਖ ਢੰਗ ਦੇ ਨਾਲ ਨਿਵਾਜਿਆ। 10 ਗੁਰੂ ਜਾਮਿਆਂ ਨੂੰ ਅਸੀਂ ਗੁਰੂ ਸਰੂਪ ਆਖਦੇ ਹਾਂ। ਅਤੇ ਤੀਜਾ ਗੁਰੂ ਕਾ ਪਰਮ ਸਰੂਪ ਹੈ ਬਾਣੀ ਰੂਪ, ਕਿਉਂਕਿ ਜਿਹੜਾ ਸ਼ਬਦ ਹੈ ਉਹ ਆਪਣੀ ਅਟਲਤਾ ਦਾ ਬੋਧ ਗੁਰੂ ਆਪਣੀ ਅਟਲਤਾ ਦਾ ਬੋਧ ਸ਼ਬਦ ਦੁਆਰਾ ਹੀ ਦਿੰਦਾ ਹੈ। ਸ਼ਬਦ ਹਰ ਯੁੱਗ ਦੇ ਵਿੱਚ ਜਾਣਿਆ ਜਾਂਦਾ ਹੈ, ਹਰ ਯੁੱਗ ਦੇ ਵਿੱਚ ਸਿਰਮੌਰ ਰਹਿੰਦਾ ਹੈ। ਇਸ ਕਰਕੇ ਸਤਿਗੁਰੂ ਪਹਿਲਾਂ ਗੁਰੂ ਸਰੂਪ ਵਿੱਚ ਪ੍ਰਗਟ ਹੋ ਕੇ ਮਾਨਵਤਾ ਨੂੰ ਬਹੁਤ ਨੇੜੇ ਤੋਂ ਆਪਣਾ ਪਰਮ ਭੇਦ ਦਿਖਾ ਦਿੰਦਾ ਹੈ। ਫਿਰ ਬਾਕੀ ਮਾਨਵਤਾ ਉਹਦੇ ਨਾਲ ਸਦੀਵੀ ਤੌਰ 'ਤੇ ਜੁੜ ਕੇ ਉਹਦੇ ਵਿੱਚ ਅਭੇਦ ਹੁੰਦੀ ਰਹੇ। ਫਿਰ ਸਤਿਗੁਰੂ ਉਹਦੇ ਲਈ ਆਪਣਾ ਬਾਣੀ ਸਰੂਪ ਸਥਾਪਿਤ ਕਰ ਦਿੰਦਾ ਹੈ। ਇਸ ਕਰਕੇ ਭੱਟ ਸਾਹਿਬਾਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਰਮ ਸਿਫਤ ਉਚਾਰਨ ਕਰਦਿਆਂ ਜ਼ਿਕਰ ਕਰਦੇ ਹਨ, ਸਿਮਰੰ ਸੋਈ ਪੁਰਖ ਅਚਲ ਅਬਿਨਾਸੀ, ਭਾਵ ਕਿ ਜੋ ਅਕਾਲ ਪੁਰਖ ਅਮਰ ਹੈ, ਅਜਰ ਹੈ, ਅਚਲ ਹੈ, ਭਾਵ ਕਿ ਜਿਹਦਾ ਇਹ ਸਾਜਿਆ ਹੋਇਆ ਜਗਤ, ਜਿਹਦਾ ਹੋਇਆ ਰਚਿਆ ਹੋਇਆ ਬ੍ਰਹਿਮੰਡ, ਜਿਹਦੀ ਹਸਤੀ ਅਚਲ ਭਾਵ ਅਡੋਲ ਹੈ, ਕਦੇ ਚਲਾਏਮਾਨ ਨਹੀਂ। ਅਸੀਂ ਚਲਾਏਮਾਨ ਹਾਂ, ਜਗਤ ਵਿੱਚ ਕਿਸੇ ਦੇ ਭੇਜੇ ਆਏ ਹੋਏ ਹਾਂ, ਅਕਾਲ ਪੁਰਖ ਦੇ ਸੱਦੇ ਹੋਏ ਚਲੇ ਜਾਵਾਂਗੇ। ਅਸੀਂ ਚਲਾਏਮਾਨ ਹਾਂ। ਸਾਡਾ ਸਰੀਰ ਵੀ ਚਲਾਏਮਾਨ ਹੈ, ਸਾਡਾ ਮਨ ਵੀ ਚਲਾਏਮਾਨ ਹੈ, ਅਤੇ ਜਿਹੜੀ ਅਸੀਂ ਪੰਦਾਰਥਕ ਸੰਪੱਤੀ ਇਕੱਤਰਿਤ ਕਰਦੇ ਹਾਂ ਉਹ ਵੀ ਚਲਾਏਮਾਨ। ਚਲਾਏਮਾਨ ਦਾ ਸਰਲ ਭਾਵ ਹੁੰਦਾ ਜੋ ਨਾਸ਼ਵਾਨ ਹੋਵੇ। ਤਾਂ ਭੱਟ ਸਾਹਿਬਾਨ ਜੀ ਕਹਿੰਦੇ, ਮੈਂ ਅਕਾਲ ਪੁਰਖ ਉਸ ਪਰਮ ਸਰੂਪ ਨੂੰ ਸਿਮਰਦਾ ਹਾਂ। ਹੁਣ ਭੱਟ ਸਾਹਿਬਾਨਾਂ ਨੇ ਇੱਥੇ ਉਚਾਰਦਾ ਨਹੀਂ ਕਿਹਾ। ਨਿੱਕੇ ਨਿੱਕੇ ਬੋਧਾਂ ਦੀ ਜੇ ਅਸੀਂ ਬਾਣੀ ਦੇ ਵਿੱਚੋਂ, ਭੱਟ ਬਾਣੀ ਦੇ ਵਿੱਚੋਂ ਗੱਲ ਕਰੀਏ ਤਾਂ ਠੀਕ ਹੈ ਕਿ ਸਾਡਾ ਇੱਕ ਵਿਆਖਿਆ ਦਾ ਪ੍ਰਵਾਹ ਹੁੰਦਾ, ਅਸੀਂ ਬਹੁਤ ਵਾਕਾਂ ਦੀ ਬਾਤ ਕਰ ਲੈਂਦੇ ਹਾਂ। ਪਰ ਜੇ ਕੁਦਰਤੀ ਹੁਣ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਨਮੁਖ ਭੱਟ ਸਾਹਿਬਾਨ ਆਏ ਹਨ ਅਤੇ ਉਹਨਾਂ ਨੇ ਗੁਰੂ ਦੇ ਸਰੂਪ ਨੂੰ ਸਿਮਰਿਆ ਹੈ, ਭਾਵ ਕਿ ਉਹਨਾਂ ਨੇ ਸਰਗੁਣ ਸਰੂਪ ਵੱਲ ਧਿਆਨ ਨਹੀਂ ਦਿੱਤਾ। ਉਹਨਾਂ ਨੇ ਧਿਆਨ ਇਸ ਗੱਲ ਵੱਲ ਦਿੱਤਾ ਹੈ ਕਿ ਜਿਹੜਾ ਗੁਰੂ ਬ੍ਰਹਿਮੰਡ ਵਿੱਚ ਰਮਿਆ ਹੈ, ਜਿਹਨੂੰ ਲੱਭਣਾ, ਜਿਹਨੂੰ ਪਛਾਣਨਾ ਅਤੇ ਜਿਹਦੇ ਨਾਲ ਨਾਤਾ ਬਣਾਉਣਾ ਬੜਾ ਹੀ ਕਠਿਨ ਹੈ, ਉਸ ਗੁਰੂ ਨੇ ਕਿੱਡੀ ਵੱਡੀ ਮਿਹਰਾਮਤ ਕੀਤੀ ਹੈ ਕਿ ਆਪਣਾ ਨਿੱਜ ਸਰੂਪ ਧਾਰਨ ਕਰਕੇ ਨਿਰਾਕਾਰ ਆਕਾਰ ਵਿੱਚ ਆਇਆ ਹੋਇਆ ਹੈ, ਨਿਰਗੁਣ ਸਰਗੁਣ ਦੇ ਵਿੱਚ ਆਇਆ ਹੋਇਆ ਹੈ। ਜਿਹੜਾ ਅਕਾਲ ਹੈ ਉਹ ਕਾਲ ਵਿੱਚ ਆਇਆ ਹੋਇਆ ਹੈ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ, ਸਿਮਰੰ, ਕਿ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਨਮੁਖ ਖਲੋ ਕੇ ਮੈਂ ਗੁਰੂ ਸਾਹਿਬ ਜੀ ਦੇ ਸੋਈ ਪੁਰਖ, ਕਿ ਉਸ ਪਰਮ ਸਰੂਪ ਨੂੰ ਚਿਤਵਦਾ ਹਾਂ ਜਿਹੜਾ ਪੁਰਖ ਸਾਰੇ ਜਗਤ ਦੀ ਰਚਨਾ ਕਰ ਰਿਹਾ ਹੈ। ਪੁਰਖ ਦਾ ਭਾਵ ਇਹ ਹੈ ਕਿ ਜੋ ਰਚਨਾ ਕਰਕੇ ਉਹਦੇ ਵਿੱਚ ਵਿਆਪਕ ਹੁੰਦਾ, ਭਾਵ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅਕਾਲ ਪੁਰਖ ਸਰੂਪ ਨੂੰ ਸਿਮਰਦਾ ਹਾਂ। ਅਚਲ ਅਵਿਨਾਸੀ, ਕਿ ਗੁਰੂ ਜੋਤ ਜਿਹੜੀ ਸਦਾ ਹੀ ਅਚਲ ਹੈ, ਭਾਵ ਕਿ ਨਾਸ਼ਵਾਨਤਾ ਤੋਂ ਰਹਿਤ ਹੈ,
ਕਿਉਂਕਿ ਅਕਾਲ ਮੂਰਤ ਹੈ ਅਬਿਨਾਸ਼ੀ ਦਾ ਭਾਵ ਜਿਹੜੀ ਨਾਸ ਤੋਂ ਰਹਿਤ। ਇਸ ਕਰਕੇ ਭੱਟ ਸਾਹਿਬਾਨ ਦੀ ਆਰੰਭਕ ਪੰਕਤੀ ਵਿੱਚ ਜ਼ਿਕਰ ਕਰਦੇ ਹਨ ਕਿ ਮੈਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਰਮ ਵਿਆਪਕ ਸਰੂਪ ਨੂੰ, ਜਿਹੜਾ ਅਚਲ ਅਤੇ ਅਬਿਨਾਸ਼ੀ ਹੈ, ਉਸ ਨੂੰ ਸਿਮਰਦਾ ਹਾਂ। ਜਿਸ ਸਿਮਰਤ ਦੁਰਮਤ ਮਲ ਨਾਸੀ। ਕਿਉਂਕਿ ਜੋ ਸਤਿਗੁਰੂ ਹੈ ਅਤੇ ਜੋ ਗੁਰੂ ਹੈ ਅਤੇ ਜੋ ਬਾਣੀ ਹੈ, ਤਿੰਨ ਰੂਪਾਂ ਦਾ ਜ਼ਿਕਰ ਕੀਤਾ ਨਾ। ਹੁਣ ਜਿਵੇਂ ਇਸ ਨੂੰ ਇਹ ਤਿੰਨ ਰੂਪ ਕਿਵੇਂ ਅਧਿਆਤਮਿਕਤਾ ਦੇ ਵਿੱਚ ਨਿਰੰਤਰ ਇਹਨਾਂ ਦਾ ਇੱਕ ਵੱਡਾ ਜਿਹੜੀ ਭੂਮਿਕਾ ਚੱਲਦੀ ਉਹ ਕਿਵੇਂ ਹੈ। ਭੱਟ ਸਾਹਿਬਾਨਾਂ ਨੇ ਕਿਹਾ ਜਿਸ ਸਿਮਰਤ, ਕਿ ਜਦੋਂ ਸਾਡੇ ਮਨ ਅੰਦਰ ਸਤਿਗੁਰੂ ਸਰੂਪ ਦਾ ਧਿਆਨ ਆਵੇ ਕਿ ਗੁਰੂ ਅਰਜਨ ਜੋਤ ਸਾਰੇ ਬ੍ਰਹਿਮੰਡ ਦੇ ਵਿੱਚ ਪ੍ਰਕਾਸ਼ਮਾਨ ਹੈ, ਸਦਾ ਅੰਗ ਸੰਗ ਹੈ, ਹਾਜ਼ਰ ਹਜ਼ੂਰ ਹੈ, ਜ਼ਾਹਰ ਜ਼ਹੂਰ ਹੈ। ਜਦੋਂ ਗੁਰੂ ਕੇ ਪਰਮ ਸਰੂਪ ਦਾ ਸਾਨੂੰ ਖਿਆਲ ਇੰਜ ਰਹੇਗਾ। ਅੱਗੇ ਫਿਰ ਭੱਟ ਸਾਹਿਬਾਨਾਂ ਨੇ ਕਿਹਾ ਜਿਸ ਸਿਮਰਤ, ਉਹਨਾਂ ਉਚਾਰਨ ਨਹੀਂ ਕਿਹਾ। ਸਿਮਰਤ ਦਾ ਭਾਵ ਹੈ ਜਿਹਨੂੰ ਦੇਖਦੇ ਸਾਰ ਹੀ ਉਹਦੇ ਗੁਣਾਂ ਦਾ ਪ੍ਰਵਾਹਤ ਸਾਡੇ ਮਨ ਅੰਦਰ ਚੱਲਣ ਲੱਗ ਪਏ। ਜਿਵੇਂ ਅਸੀਂ ਜਿੰਨੀਆਂ ਚੀਜ਼ਾਂ ਨੂੰ ਜਾਣਦੇ ਹਾਂ, ਜਿਨ੍ਹਾਂ ਨਾਲ ਸਾਡਾ ਵਾਹ ਬਸਤਾ ਹੈ, ਸਾਡੇ ਸਾਹਮਣੇ ਆਉਂਦੇ ਸਾਰ ਹੀ ਉਹਨਾਂ ਦਾ ਨਾਮ, ਉਹਨਾਂ ਦਾ ਜ਼ਾਤ, ਅਹੁਦਾ, ਕਿੱਤਾ, ਕੁੱਲ, ਖਾਨਦਾਨ, ਭਾਸ਼ਾ, ਸਮਾਜਿਕ ਜਿਹੜੇ ਸੰਬੰਧ ਨੇ, ਉਹਨਾਂ ਦੇ ਸਾਹਮਣੇ ਆਉਣ ਦੇ ਨਾਲ ਹੀ ਸਾਡੇ ਅੰਦਰ ਸਾਨੂੰ ਪਤਾ ਲੱਗ ਜਾਂਦਾ ਹੈ। ਤਾਂ ਭੱਟ ਸਾਹਿਬਾਨ ਆਖਦੇ ਹਨ ਕਿ ਜਦੋਂ ਅਸੀਂ ਸਤਿਗੁਰੂ ਦੇ ਪਰਮ ਸਰੂਪ ਨੂੰ, ਭਾਵ ਜਿਹੜਾ ਘੱਟ ਘੱਟ ਵਿਆਪਕ ਹੈ, ਜਦੋਂ ਉਹਨੂੰ ਸਿਮਰਦੇ ਹਾਂ, ਫਿਰ ਦੁਰਮਤ, ਫਿਰ ਸਾਡੇ ਅੰਦਰ ਜਿਹੜੀ ਮਾਇਆ ਦੇ ਪ੍ਰਪੰਚ ਨੇ ਦੁਰਮਤ ਪੈਦਾ ਕਰਨੀ। ਦੁਰਮਤ ਦਾ ਭਾਵ ਕਿ ਅਸੀਂ ਮਾਲਕ ਦੀ ਹੋਂਦ ਨੂੰ ਜਰਰੇ ਜਰਰੇ ਵਿੱਚ ਨਾ ਸਮਝਣਾ, ਪਰ ਜੇ ਸਤਿਗੁਰੂ ਦੇ ਪਰਮ ਸਰੂਪ ਦਾ ਧਿਆਨ ਆਵੇ ਤਾਂ ਫਿਰ ਸਾਨੂੰ ਹਰੇਕ ਆਕਾਰ ਦੇ ਅੰਦਰੋਂ, ਹਰੇਕ ਕਣ ਦੇ ਅੰਦਰੋਂ ਗੁਰੂ ਜੋਤ ਪ੍ਰਕਾਸ਼ਮਾਨ ਦਿਖਾਈ ਦਿੰਦੀ ਹੈ ਅਤੇ ਸਾਡੀ ਦੁਰਮਤ ਦਾ ਨਾਸ਼ ਹੁੰਦਾ। ਇਸੇ ਤਰ੍ਹਾਂ ਕਹਿੰਦੇ ਜੇ ਗੁਰੂ ਕੀ ਪ੍ਰਤੱਖ ਹਜ਼ੂਰੀ ਵਿੱਚ ਜਾਈਏ ਅਤੇ ਗੁਰੂ ਕੀ ਪ੍ਰਤੱਖ ਹਜ਼ੂਰੀ ਵਿੱਚ ਜਾਂਦਿਆਂ ਹੀ ਸਾਡੇ ਦੁਰਮਤ ਦੀ ਜਿਹੜੀ ਮਲ ਦਾ ਭਾਵ ਮੈਲ, ਕਿ ਜਿਹੜੀ ਮੈਲ ਨੇ ਬਣੀ ਹੋਈ ਨੇ ਸਾਡੇ ਕੋਲੋਂ ਗਲਤ ਕੰਮ ਕਰਾਉਣਾ ਹੈ, ਗਲਤ ਫੁਰਨੇ ਕਰਾਉਣੇ ਹਨ, ਕਹਿੰਦੇ ਉਹ ਵੀ ਦੂਰ ਹੋ ਜਾਂਦੀ ਹੈ। ਫਿਰ ਤੀਜਾ ਰੂਪ ਬਾਣੀ, ਕਿ ਜਦੋਂ ਸਤਿਗੁਰੂ ਦੀ ਬਾਣੀ ਜਿਹੜੇ ਸਾਡੇ ਅੰਦਰ ਕੰਠ ਰੂਪ ਦੇ ਵਿੱਚ ਸਮਾਈ ਹੋਈ ਹੈ, ਜਾਨੂੰ ਯਾਦ ਹੈ ਜਾਂ ਸਾਡੇ ਚਿੱਤ ਅੰਦਰ ਵਸੀ ਹੈ, ਜਦੋਂ ਉਸ ਬਾਣੀ ਭਾਵ ਕਰਕੇ, ਖਿਆਲ ਕਰਕੇ, ਕੀਰਤਨ ਕਰਕੇ ਸਾਡੇ ਅੰਦਰ ਉਤਪੰਨ ਹੁੰਦੀ ਹੈ, ਉਦੋਂ ਵੀ ਸਾਡੇ ਦੁਰਮਤ ਦੀ ਮੈਲ ਨੂੰ ਉਹ ਨਾਸ਼ ਕਰਦੀ ਹੈ। ਸਤਿਗੁਰ ਚਰਨ ਕਵਲ ਰਿੱਧ ਧਾਰੰ। ਇਸ ਕਰਕੇ ਭੱਟ ਸਾਹਿਬਾਨ ਜੀ ਉਚਾਰਨ ਕਰਦੇ ਹਨ ਕਿ ਮੈਂ ਸਤਿਗੁਰੂ ਸਾਹਿਬ ਜੀ ਦੇ ਮੁਬਾਰਕ ਚਰਨ। ਹੁਣ ਚਰਨ ਦੇ ਸੰਬੰਧ ਵਿੱਚ ਬਹੁਤ ਦਫਾ ਵਿਚਾਰ ਹੋਈ ਹੈ। ਭੱਟ ਸਾਹਿਬਾਨ ਜੀ ਆਖਦੇ ਹਨ ਚਰਨ ਦਾ ਭਾਵ ਕਿ ਜਿਸ ਸਤਿਗੁਰੂ ਦੇ ਸਰੂਪ ਦਾ ਧਿਆਨ ਧਰਿਆ ਜੀਵ ਨਿਰਮਲ ਹੋ ਜਾਂਦਾ ਹੈ। ਜਿਹੜੇ ਸਤਿਗੁਰੂ ਦਾ ਪਰਮ ਸਰੂਪ ਅਮਰ, ਅਚਲ ਅਤੇ ਅਬਿਨਾਸ਼ੀ ਹੈ, ਐਸੇ ਸਤਿਗੁਰੂ ਸਾਹਿਬ ਜੀ ਦੀ ਨਾਮ ਰੂਪ ਯਾਦ ਨੂੰ, ਗੁਣ ਰੂਪ ਯਾਦ ਨੂੰ ਮੈਂ ਆਪਣੇ ਹਿਰਦੇ ਅੰਦਰ ਧਾਰਦਾ ਹਾਂ। ਗੁਰ ਅਰਜੁਨ ਗੁਣ ਸਹਿਜ ਵਿਚਾਰੰ। ਤਾਂ ਭੱਟ ਸਾਹਿਬਾਨਾਂ ਨੇ ਜ਼ਿਕਰ ਕੀਤਾ ਗੁਰ ਅਰਜੁਨ, ਕਿ ਜੋ ਗੁਰਤਾ ਦਾ ਪ੍ਰਕਾਸ਼। ਹੁਣ ਗੁਰਤਾ ਦਾ ਪ੍ਰਕਾਸ਼ ਤਾਂ 10 ਗੁਰੂ ਸਾਹਿਬਾਨਾਂ ਦੇ ਵਿੱਚ ਹੋਇਆ ਹੈ। ਗੁਰੂ ਨਾਨਕ ਜੋਤ ਨੇ ਆਪਣਾ ਪਰਮ ਵਿਸਥਾਰ ਗਿਆਨ ਕਰਕੇ, ਭਗਤੀ ਕਰਕੇ, ਕਰੁਣਾ ਕਰਕੇ 10 ਜਾਮਿਆਂ ਵਿੱਚ ਕੀਤਾ ਹੈ। ਤਾਂ ਭੱਟ ਸਾਹਿਬਾਨ ਆਖਦੇ ਹਨ ਗੁਰ ਅਰਜੁਨ, ਕਿ ਗੁਰੂ ਨਾਨਕ ਸਰੂਪ ਦੇ ਪਰਮ ਗਿਆਨ ਦੀ ਕਲਾ, ਪਰਮ ਕਿਰਪਾ ਅਤੇ ਪਰਮ ਸੰਸਾਰ ਦੇ ਕਲਿਆਣ ਦਾ ਜੋ ਵੱਡਾ ਮੰਤਵ ਹੈ, ਉਹ ਗਿਆਨ ਰੂਪ ਦੇ ਵਿੱਚ, ਜੁਗਤ ਰੂਪ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦੁਆਰਾ ਕਿਵੇਂ ਪ੍ਰਕਾਸ਼ ਕਰਦਾ ਹੈ। ਭੱਟ ਸਾਹਿਬਾਨ ਜੀ ਆਖਦੇ ਹਨ ਗੁਣ ਸਹਿਜ ਵਿਚਾਰੰ, ਕਿ ਪਹਿਲਾਂ ਮੈਂ ਸਹਿਜ ਪ੍ਰਵਿਰਤੀ ਦੇ ਵਿੱਚ ਆ ਕੇ ਫਿਰ ਉਹਨਾਂ ਗੁਣਾਂ ਦੀ ਵਿਚਾਰ ਕਰਦਾ। ਹੁਣ ਭੱਟ ਸਾਹਿਬਾਨਾਂ ਨੇ ਸਹਿਜ ਕਿਉਂ ਕਿਹਾ ਹੈ? ਉਹਨਾਂ ਨੇ ਸਹਿਜ ਵਿਚਾਰੰ ਕਿਹਾ ਹੈ। ਸਹਿਜ ਵਿਚਾਰੰ ਦਾ ਭਾਵ ਇਹ ਹੈ ਕਿ ਜਦੋਂ ਅਸੀਂ ਸਤਿਗੁਰੂ ਦਾ ਪ੍ਰਤੱਖ ਸਰੂਪ ਦੇਖਦੇ ਹਾਂ, ਪ੍ਰਤੱਖ ਸਰੂਪ ਦੇ ਵਿੱਚ ਜੇ ਸੁਰਤ ਬਾਰੀਕ ਨਾ ਹੋਵੇ ਤੇ ਗੁਰੂ ਕੇ ਕਈ ਕੌਤਕਾਂ ਦੇ ਵਿੱਚ ਵਿਰੋਧਾਭਾਸ ਲੱਗਦਾ ਹੈ। ਗੁਰੂ ਕੇ ਕਈ ਜਿਹੜੇ ਰਮਜ਼ਾਂ ਹੁੰਦੀਆਂ ਹਨ, ਬਾਣੀ ਦੀਆਂ ਵੀ ਰਮਜ਼ਾਂ ਹਨ, ਉਹਨਾਂ ਦੇ ਵਿੱਚ ਸੁਰਤ ਉਹਨਾਂ ਨੂੰ ਪੂਰੀ ਤਰ੍ਹਾਂ ਬੁੱਝਣ 'ਤੇ ਸਮਰੱਥ ਨਹੀਂ ਹੁੰਦੀ ਕਈ ਵਾਰ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ ਕਿ ਗੁਰੂ ਅਰਜਨ ਸਰੂਪ ਨੇ ਜੋ ਗੁਰਤਾ ਦੇ ਸਿੰਘਾਸਣ 'ਤੇ ਬੈਠ ਕੇ ਗੁਰਤਾ ਦਾ ਪ੍ਰਕਾਸ਼ ਕੀਤਾ ਹੈ,
ਉਹਨਾਂ ਸਾਰੇ ਗੁਣਾਂ ਨੂੰ ਮੈਂ ਸਹਿਜ ਦਾ ਭਾਵ ਇਕਾਗਰ ਹੋ ਕੇ, ਸਹਿਜ ਦਾ ਭਾਵ ਬੜਾ ਬਾਰੀਕ ਹੋ ਕੇ, ਤੇ ਸਹਿਜ ਦਾ ਭਾਵ ਆਪਣੇ ਮਨ ਤੋਂ ਬਾਕੀ ਸਾਰੇ ਭਾਰ ਲਾ ਕੇ। ਕਿਉਂਕਿ ਜਿਹੜਾ ਮਨ ਬਾਕੀ ਸਾਰੇ ਭਾਰਾਂ ਨੂੰ, ਦਵੈਤ ਨੂੰ, ਦਵੈਸ਼ ਨੂੰ ਜਾਂ ਸ਼ੰਕਿਆ ਨੂੰ ਲਾ ਕੇ ਨਹੀਂ ਗੁਰੂ ਦੀ ਵਿਚਾਰ ਕਰੇਗਾ, ਉਹ ਗੁਰੂ ਕੇ ਪਰਮ ਭੇਦ ਨੂੰ ਨਹੀਂ ਬੁੱਝ ਸਕੇਗਾ। ਗੁਰ ਰਾਮਦਾਸ ਘਰ ਕੀਓ ਪਰਗਾਸਾ, ਕਿ ਆਪ ਜੀ ਨੇ ਗੁਰਤਾ ਦਾ ਪ੍ਰਕਾਸ਼ ਕਰਨ ਦੇ ਲਈ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਆਪਣਾ ਪ੍ਰਕਾਸ਼ ਧਾਰਿਆ। ਪ੍ਰਕਾਸ਼ ਧਾਰਨ ਦਾ ਭਾਵ ਕਿ ਗੁਰੂ ਨਾਨਕ ਦੀ ਗੁਰਿਆਈ ਦੇ ਸਿੰਘਾਸਣ 'ਤੇ ਬੈਠ ਕੇ ਆਪ ਜੀ ਨੇ ਗਿਆਨ ਦਾ, ਸ਼ਬਦ ਦਾ ਵੱਡਾ ਪ੍ਰਕਾਸ਼ ਕਰਨਾ ਸੀ। ਇਸ ਕਰਕੇ ਆਪ ਜੀ ਦਾ ਅਵਤਰਨ, ਆਪ ਜੀ ਦਾ ਆਗਮਨ ਵੀ ਗੁਰਤਾ ਦੇ ਮਾਲਕ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਹੁੰਦਾ ਹੈ। ਸਗਲ ਮਨੋਰਥ ਪੂਰੀ ਆਸਾ, ਤੇ ਹੁਣ ਇੱਥੇ ਸਗਲ ਮਨੋਰਥ ਪੂਰੀ ਆਸਾ ਦਾ ਭਾਵ ਇਹ ਹੈ ਕਿ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਆਗਮਨ ਹੋਇਆ, ਜੇ ਗੁਰੂ ਰਾਮਦਾਸ ਸਾਹਿਬ ਜੀ ਗੁਰਿਆਈ 'ਤੇ ਉਸ ਸਮੇਂ ਨਹੀਂ ਬੈਠੇ ਸਨ, ਤਾਂ ਸਗਲ ਮਨੋਰਥ ਪੂਰੀ ਆਸਾ ਦਾ ਭਾਵ ਹੈ ਕਿ ਜੋ ਗੁਰੂ ਰਾਮਦਾਸ ਸਾਹਿਬ ਜੀ ਨਿਮਰਤਾ ਦੀ ਪਰਮ ਮੂਰਤ ਸਨ, ਸੇਵਾ ਦਾ ਮੁਜੱਸਮ ਸਨ, ਸਮਰਪਣ ਦਾ ਵੱਡਾ ਸਾਗਰ ਸਨ, ਐਸੇ ਗੁਰੂ ਰਾਮਦਾਸ ਸਾਹਿਬ ਜੀ ਦੀ ਜਿਹੜੀ ਇੱਛਾ ਸੀ, ਜੋ ਉਹਨਾਂ ਦਾ ਮਨੋਰਥ ਸੀ ਕਿ ਉਹਨਾਂ ਦੇ ਘਰ ਭਗਤੀ ਰੂਪ, ਗਿਆਨ ਰੂਪ, ਸ਼ਬਦ ਦੇ ਪ੍ਰਕਾਸ਼ ਰੂਪ ਵਾਲਾ, ਕੀਰਤਨ ਭਗਤੀ ਵਾਲਾ, ਧਰਮ ਦੇ ਸ਼ੁਭ ਗੁਣਾਂ ਦੇ ਨਾਲ ਅਲੰਕ੍ਰਿਤ ਜਿਹੜਾ ਹੋਇਆ ਸ਼ਖਸ ਹੈ, ਸ਼ਖਸੀਅਤ ਹੈ, ਉਹਦਾ ਆਗਮਨ ਹੋਵੇ। ਤਾਂ ਭੱਟ ਸਾਹਿਬਾਨ ਜੀ ਆਖਦੇ ਹਨ ਕਿ ਆਪ ਜੀ ਦੇ ਆਗਮਨ ਦੇ ਨਾਲ, ਕਿਉਂਕਿ ਗੁਰੂ ਰਾਮਦਾਸ ਆਪ ਬੜੀ ਵੱਡੀ ਸ਼ਖਸੀਅਤ ਦੇ ਮਾਲਕ ਹਨ, ਉਹਨਾਂ ਦੇ ਗ੍ਰਹਿ ਪ੍ਰਗਟ ਕਰਕੇ ਜਦੋਂ ਤੁਹਾਡੇ ਸੁੱਤੇ ਸਿੱਧ ਗੁਣਾਂ ਦਾ ਪ੍ਰਕਾਸ਼ ਗੁਰੂ ਰਾਮਦਾਸ ਸਾਹਿਬ ਜੀ ਨੇ ਦੇਖਿਆ, ਪੂਰੀ ਆਸਾ ਭਾਵ ਕਿ ਜਦੋਂ ਬੀਬੀ ਭਾਨੀ ਜੀ ਨੇ ਰੋਕਿਆ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਸਿੰਘਾਸਣ ਵੱਲ ਜਾਣ 'ਤੇ, ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਅਜੇ ਇਹਨਾਂ ਨੂੰ ਆਉਣ ਦਿਓ, ਪਰ ਅਜੇ ਸਮੇਂ ਦੇ ਵਿੱਚ ਦੇਰੀ ਹੈ, ਤੁਹਾਡੇ ਗੁਰਿਆਈ ਸਿੰਘਾਸਣ ਦੇ ਸਮੇਂ ਵਿੱਚ ਦੇਰੀ ਹੈ। ਨਾਲ ਹੀ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਦੋਹਿਤਾ ਬਾਣੀ ਕਾ ਬੋਹਿਤਾ ਕਹਿ ਦਿੱਤਾ ਸੀ, ਤਾਂ ਉਹਦੇ ਤੋਂ ਵੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਪਸ਼ਟ ਹੋ ਗਿਆ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਐਸੇ ਪਰਮ ਸਰੂਪ ਪ੍ਰਗਟੇ ਹਨ। ਇਸ ਕਰਕੇ ਆਖਦੇ ਨੇ ਕਿ ਆਪ ਜੀ ਦੇ ਆਗਮਨ ਦੇ ਨਾਲ ਹੀ ਜਿਹੜੀ ਗੁਰੂ ਵਾਕਾਂ ਦੀ ਨਵਾਜ਼ਿਸ਼ ਆਪ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਦੁਆਰਾ ਹੋਈ ਸੀ, ਉਸ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਹਿਰਦੇ ਦੀ ਆਸਾ ਪੂਰਨ ਕੀਤੀ ਹੈ। ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਤੈ ਜਨਮਤ ਭਾਵ ਕਿ ਗੁਰੂ ਸਾਹਿਬ ਜੀ ਆਪ ਜੀ ਨੇ ਪ੍ਰਕਾਸ਼ ਧਾਰਦਿਆਂ ਹੀ ਗੁਰਮਤ ਬ੍ਰਹਮ ਪਛਾਣਿਓ। ਗੁਰਮਤ, ਪਰ ਗੁਰਮਤ ਦੇ ਨਾਲ ਹੀ ਭੱਟ ਸਾਹਿਬਾਨਾਂ ਨੇ ਬ੍ਰਹਮ ਸ਼ਬਦ ਕਹਿ ਦਿੱਤਾ ਹੈ ਕਿ ਜੋ ਗੁਰੂ ਨਾਨਕ ਦੇ ਘਰ ਦਾ ਪ੍ਰਮੁੱਖ ਆਦਰਸ਼ ਹੈ ਕਿ ਸਰਬ ਸਾਂਝੀ ਵਾਲਤਾ ਦਾ ਸਿਧਾਂਤ ਰੱਖ ਕੇ ਸਾਰੀ ਕਾਇਨਾਤ ਜਿਹਦੇ ਵਿੱਚ ਭਿੰਨਤਾ ਹੀ ਭਿੰਨਤਾ ਹੈ, ਜੀਵਾਂ ਦੇ ਰੰਗ ਦੇਖ ਲਓ ਤਾਂ ਭਿੰਨਤਾ ਹੈ, ਵੱਖਰਤਾ ਹੈ, ਵੱਖੋ ਵੱਖ ਹੈ। ਆਕਾਰ ਦੇਖ ਲਓ, ਕੋਈ ਆਕਾਰ ਕਿਸੇ ਨਾਲ ਨਹੀਂ ਰਲਦਾ। ਮਜ਼ਹਬ ਦੇਖ ਲਓ, ਮਜ਼ਹਬਾਂ ਦੀ ਮਰਯਾਦਾ ਨਹੀਂ ਰਲਦੀ, ਮਜ਼ਹਬਾਂ ਦੇ ਧਰਮਾਂ ਦੇ ਵਿਧਾਨ ਨਹੀਂ ਚੱਲਦੇ। ਅਧਿਆਤਮਿਕ ਸਾਧਨਾਵਾਂ ਦੇ ਢੰਗ ਦੇਖ ਲਈਏ, ਉਹ ਨਹੀਂ ਰਲਦੇ। ਕੋਈ ਪਰਮੇਸ਼ਰ ਨੂੰ ਜਟਾਂ ਰੱਖ ਕੇ ਪੂਜ ਰਿਹਾ, ਕੋਈ ਪਿੰਡੇ 'ਤੇ ਸਵਾਹ ਮਲ ਕੇ, ਕੋਈ ਜਲ ਸਮਾਧੀ ਲਾ ਕੇ, ਕੋਈ ਜੰਗਲਾਂ ਦੇ ਵਿੱਚ ਭਟਕ ਕੇ। ਕਿ ਜੇ ਪਰਮੇਸ਼ਰ ਦੇ ਰੂਪ ਨੂੰ ਸਾਰੇ ਬ੍ਰਹਿਮੰਡ 'ਚ ਦੇਖੀਏ ਤਾਂ ਹਰ ਥਾਂ 'ਤੇ ਵੱਖਰਤਾ ਹੈ, ਹਰ ਥਾਂ 'ਤੇ ਇੱਕ ਚੀਜ਼ ਦੂਜੇ ਨਾਲ ਉਲਟ ਨਜ਼ਰ ਆ ਰਹੀ ਹੈ। ਪਰ ਭੱਟ ਸਾਹਿਬਾਨ ਆਖਦੇ ਹਨ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਿ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਜੀ ਨੇ ਆਪਣਾ ਪ੍ਰਕਾਸ਼ ਧਾਰਦਿਆਂ ਹੋਇਆਂ ਹੀ ਜਿਸ ਅਕਾਲ ਪੁਰਖ ਦੇ ਏਕੋ ਸਰੂਪ ਦਾ ਭੇਦ ਜੋਗੀਆਂ ਨੂੰ, ਸਿੱਧਾਂ ਨੂੰ ਕਰੋੜਾਂ ਹਜ਼ਾਰਾਂ ਵਰਿਆਂ ਦੀ ਬੰਦਗੀ ਤੋਂ ਬਾਅਦ ਲੱਗਦਾ ਹੈ, ਉਸ ਗੁਰਮਤ ਨੂੰ, ਗੁਰਮਤ ਦਾ ਭਾਵ ਕਿ ਸਾਰੀ ਕਾਇਨਾਤ ਏਕੋ ਤੋਂ ਉਤਪਤ ਹੋਈ ਹੈ ਅਤੇ ਸਾਰੀ ਕਾਇਨਾਤ ਏਕੋ ਵਿੱਚ ਸਮਾ ਜਾਏਗੀ ਅਤੇ ਏਕੋ ਹੀ ਪ੍ਰਤਪਾਲਕ ਹੈ। ਕਹਿੰਦੇ ਇਸ ਬ੍ਰਹਮ ਦ੍ਰਿਸ਼ਟੀ ਨੂੰ ਆਪ ਜੀ ਨੇ ਗੁਰਮਤ ਦੇ ਰੂਪ ਵਿੱਚ ਆਪਣੇ ਆਗਮਨ ਦੇ ਸਮੇਂ ਹੀ ਪਛਾਣਿਆ, ਭਾਵ ਪ੍ਰਕਾਸ਼ ਕਰ ਲਿਆ ਸੀ। ਕਿਵੇਂ ਕਰ ਲਿਆ ਸੀ? ਹੁਣ ਇਹਦੀ ਕੋਈ ਸਾਧਨਾ ਤਾਂ ਹੋਏਗੀ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਗੋਇੰਦਵਾਲ ਸਾਹਿਬ ਵਿਖੇ ਪ੍ਰਗਟੇ ਹਨ ਤਾਂ ਉਸ ਸਮੇਂ ਗੁਰੂ ਨਾਨਕ ਦੇ ਪਵਿੱਤਰ ਸਿੰਘਾਸਣ 'ਤੇ ਗੁਰੂ ਅਮਰਦਾਸ ਸਾਹਿਬ ਜੀ ਸੁਭਾਏਮਾਨ ਹਨ।
ਦੇਖਦੇ ਹਨ ਕਿ ਅਧਿਆਤਮਿਕਤਾ ਦਾ ਪ੍ਰਕਾਸ਼ ਗੁਰੂ ਨਾਨਕ ਦੇ ਸਿੰਘਾਸਣ ਤੋਂ ਕਿਵੇਂ ਹੋ ਰਿਹਾ ਹੈ ਕਿ ਜਿਹੜਾ ਇੱਕ ਜੋਗੀ ਯੋਗ ਸਾਧਨਾ ਕਰਨ ਵਾਲਾ ਹੈ, ਉਹ ਵੀ ਗੁਰੂ ਅਮਰਦਾਸ ਸਾਹਿਬ ਜੀ ਕੋਲੋਂ ਗਿਆਨ ਦਾ ਮੁਤਲਾਸ਼ੀ ਹੈ। ਜਿਹੜਾ ਇੱਕ ਬ੍ਰਾਹਮਣ ਪੰਡਤ ਜਿਹੜਾ ਵਰਣ ਆਸ਼ਰਮ ਦੇ ਵਿੱਚ ਪੱਕਾ ਯਕੀਨ ਰੱਖਦਾ ਹੈ, ਉਹ ਵਰਣ ਆਸ਼ਰਮ ਦੀ ਸੀਮਾ ਨੂੰ ਉਲੰਘ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨ ਪਰਸ ਰਿਹਾ ਹੈ। ਇੱਕ ਜਿਹੜਾ ਸ਼ੂਦਰ ਸਮਾਜ ਵਿੱਚ ਦੁਰਕਾਰਿਆ ਹੋਇਆ, ਉਹ ਗੁਰੂ ਅਮਰਦਾਸ ਸਾਹਿਬ ਜੀ ਦੀ ਮਿਹਰ ਦੇ ਨਾਲ ਕੰਚਨ ਵਰਗੇ ਜੀਵਨ ਦਾ, ਗਿਆਨ ਵਰਗੇ ਜੀਵਨ ਦਾ ਹੋ ਰਿਹਾ। ਫਿਰ ਉਹਨਾਂ ਨੇ ਜਾਣਿਆ ਆਪਣੇ ਨਾਨੇ ਗੁਰੂ ਜੀ ਦੁਆਰਾ ਕਿ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਅਕਾਲ ਪੁਰਖ ਸਰੂਪ ਹੋ ਕੇ, ਜਿਵੇਂ ਅਕਾਲ ਪੁਰਖ ਨੇ ਵਿਭਿੰਨਤਾ ਵਰਤਾਈ ਹੈ ਸਾਰੇ ਬ੍ਰਹਿਮੰਡ ਦੇ ਵਿੱਚ, ਪਰ ਉਹ ਨਵਾਜ਼ਿਸ਼ ਇੱਕੋ ਢੰਗ ਦੇ ਨਾਲ ਕਰਦਾ। ਜੇ ਸਾਨੂੰ ਮਨੁੱਖਾਂ ਨੂੰ ਰਿਜ਼ਕ ਮਿਲ ਰਿਹਾ ਹੈ ਤੇ ਜਿਹੜਾ ਪੱਥਰ ਦੇ ਅੰਦਰ ਕੀਟ ਹੈ ਉਹਨੂੰ ਵੀ ਰਿਜ਼ਕ ਦੇਣ ਵਾਲਾ ਇੱਕੋ ਸਿਰਜਣਹਾਰ। ਇਸ ਕਰਕੇ ਆਖਦੇ ਹਨ ਕਿ ਆਪ ਜੀ ਨੂੰ ਆਗਮਨ ਸਮੇਂ ਐਸਾ ਮਾਹੌਲ ਮਿਲਿਆ ਕਿ ਜਿਸ ਪਰਮੇਸ਼ਰ ਦੇ ਇੱਕੋ ਸਰੂਪ ਨੂੰ ਪਛਾਣਨ ਦੇ ਲਈ ਬੜਾ ਜੀਵਨ ਲੱਗ ਜਾਂਦਾ ਹੈ। ਆਪ ਜੀ ਨੇ ਆਪਣੇ ਆਗਮਨ ਸਮੇਂ ਹੀ ਗੁਰਮਤਿ ਦੇ ਨਜ਼ਰੀਏ ਤੋਂ ਉਸ ਬ੍ਰਹਮ ਦੀ ਪਛਾਣ ਕਰ ਲਈ ਸੀ। ਕਲ ਜੋੜ ਕਰ ਸੋ ਜਸ ਵਖਾਣਿਓ, ਤਾਂ ਭੱਟ ਕੱਲ ਜੀ ਉਚਾਰਨ ਕਰਦੇ ਹਨ। ਮੈਂ ਆਪ ਕਿ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਇਹਨਾਂ ਸਾਰੇ ਸ਼ੁਭ ਗੁਣਾਂ ਨੂੰ ਸਿਮਰ ਕੇ ਧਿਆਨ ਕਰਕੇ ਆਪ ਜੀ ਦੀ ਪਰਮ ਮੂਰਤ ਦਾ ਭਾਵ ਹਿਰਦੇ ਅੰਦਰ ਖਿਆਲ ਕਰਕੇ ਫਿਰ ਆਪ ਜੀ ਦੇ ਸ਼ੁਭ ਜਸ ਦਾ ਵਰਣਨ ਕਰਦਾ ਹਾਂ। ਭਗਤ ਜੋਗ ਕਉ ਜੈਤਵਾਰ ਹਰ ਜਨ ਕੋ ਪਾਇਓ, ਤਾਂ ਜ਼ਿਕਰ ਕਰਦੇ ਹਨ ਭਗਤ ਜੋਗ ਕਉ ਜੈਤਵਾਰ। ਜੈਤਵਾਰ ਦਾ ਅਰਥ ਹੁੰਦਾ ਜਿੱਤਣ ਵਾਲਾ। ਜਨਕ ਦਾ ਭਾਵ ਜਿਹੜਾ ਉਸ ਯੁੱਗ ਦਾ ਕਰਤਾ ਹੋਵੇ, ਜਿਵੇਂ ਜਨਕ ਰਾਜ ਕਿਹਾ ਜਾਂਦਾ। ਕਹਿੰਦੇ ਭਗਤ ਜੋਗ ਕਉ ਜੈਤਵਾਰ ਹਰ ਜਨ ਕੋ ਪਾਇਓ, ਕਿ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਜਿਤਨੇ ਸਿੱਧ ਮੁਨੀਵਾਰ ਹੋਏ ਹਨ, ਉਹਨਾਂ ਨੇ ਭਗਤੀ ਦਾ ਪਰਮ ਅਵਸਥਾ ਤਾਂ ਪ੍ਰਾਪਤ ਕਰ ਲਈ, ਜੋਗ ਦੀ ਪਰਮ ਅਵਸਥਾ ਪ੍ਰਾਪਤ ਕਰ ਲਈ, ਪਰ ਉਹਦੇ ਸੰਪੂਰਨ ਮਾਲਕ ਨਹੀਂ ਬਣੇ। ਭਾਵ ਕਿ ਜਿਹੜੇ ਭਗਤ ਜਨ ਆਪਣੀ ਭਗਤੀ ਕਰਕੇ ਸੰਪੂਰਨ ਹੋ ਗਏ, ਉਹਨਾਂ ਦੀ ਭਗਤੀ ਅੱਗੇ ਸੰਪੂਰਨਤਾ ਦੇ ਵਿੱਚ ਇਹੋ ਨਹੀਂ ਚੱਲੀ ਕਿ ਫਿਰ ਉਹ ਸਾਰੇ ਸੰਸਾਰ ਦੇ ਲਈ ਕਲਿਆਣਕਾਰੀ ਬਣ ਜਾਏ। ਇਸ ਕਰਕੇ ਕਹਿੰਦੇ ਜਿਵੇਂ ਸਨਾਤਨ ਮਤ ਦੇ ਵਿੱਚ ਅਧਿਆਤਮਿਕਤਾ ਦੀਆਂ 3 ਪ੍ਰਮੁੱਖ ਸਾਧਨਾਵਾਂ ਮੰਨਦੇ ਹਨ, ਗਿਆਨ, ਭਗਤੀ ਅਤੇ ਕਰਮ। ਕਹਿੰਦੇ ਸੰਸਾਰ ਦੇ ਵਿੱਚ ਭਗਤੀ ਦਾ ਅਤੇ ਕਰਮ ਯੋਗ ਦਾ ਜੋ ਪ੍ਰਕਾਸ਼ ਹੈ, ਉਹਦਾ ਜਿਹੜਾ ਜੈਤਵਾਰ ਆਪ ਜੀ ਉਸ ਨੂੰ ਜਿੱਤਣ ਵਾਲੇ ਹੋ। ਭਾਵ ਕਿ ਸੰਸਾਰ ਵਿੱਚ ਆਪ ਜੀ ਭਗਤੀ ਦਾ, ਗਿਆਨ ਯੋਗ ਦਾ ਐਸਾ ਪ੍ਰਕਾਸ਼ ਕਰੋਗੇ ਕਿ ਸਾਰੇ ਸੰਸਾਰ ਨੂੰ ਜਿਹੜੇ ਉਹਦੇ ਵਿਜੇਤਾ ਹੋਵੋਗੇ। ਹਰ ਜਨ ਕੋ ਪਾਏ, ਇਸ ਕਰਕੇ ਸੰਸਾਰ ਵਿੱਚ ਭਗਤੀ ਦਾ, ਯੋਗ ਦਾ ਵਿਸਥਾਰ ਕਰਨ ਦੇ ਲਈ ਅਕਾਲ ਪੁਰਖ ਸਰੂਪ ਹੋ ਕੇ ਅਕਾਲ ਪੁਰਖ ਨੇ ਆਪ ਜੀ ਨੂੰ ਪ੍ਰਗਟਾਇਆ ਹੈ। ਹਰ ਜਨ ਕੋ ਉਪਾਇਓ, ਤੇ ਆਪ ਜੀ ਜਨਕ ਰੂਪ ਹੋ ਕੇ, ਜਨਮਕ ਦਾ ਭਾਵ ਜਨਮ ਦੇਣ ਵਾਲਾ, ਉਤਪਤ ਕਰਨ ਵਾਲਾ, ਕਿ ਆਪ ਜੀ ਸੰਸਾਰ ਨੂੰ ਭਗਤੀ ਅਤੇ ਗਿਆਨ ਦੇ ਨੁਕਤੇ ਤੋਂ ਉਤਪਤ ਕਰਨ ਵਾਲੇ ਹੋ। ਗੁਰ ਅਰਜੁਨ ਸ਼ਬਦ ਗੁਰੂ ਪ੍ਰਕਾਸਿਓ ਹਰ ਰਸਨ ਬਸਾਇਓ, ਤੇ ਆਪ ਜੀ ਨੇ ਇਸ ਯੁੱਗ ਦੇ ਆਪ ਜੀ ਕਲਿਆਣਕਾਰੀ ਕਿਵੇਂ ਹੋ ਕਿ ਜਿਸ ਸ਼ਬਦ ਦੇ ਪ੍ਰਕਾਸ਼ ਨਾਲ ਗੁਰੂ ਨਾਨਕ ਨੇ ਸਾਰੀ ਮਾਨਵਤਾ ਨੂੰ ਅੰਮ੍ਰਿਤ ਰੂਪ ਦੇ ਵਿੱਚ ਨਿਹਾਲ ਕੀਤਾ ਸੀ, ਉਸੇ ਸ਼ਬਦ ਦੇ ਭੇਦ ਨੂੰ ਹੁਣ ਆਪ ਜੀ ਗੁਰੂ ਰੂਪ ਹੋ ਕੇ ਪ੍ਰਕਾਸ਼ਿਤ ਕਰ ਰਹੇ ਹੋ। ਕਿ ਗੁਰੂ ਰੂਪ ਹੋ ਕੇ ਆਪ ਜੀ ਨੇ ਪ੍ਰਕਾਸ਼ਿਤ ਕਰ ਦਿੱਤਾ ਹੈ ਕਿ ਪਹਿਲਾ ਸ਼ਬਦ ਦਾ ਭੇਦ ਜੋ ਗੁਰੂ ਨਾਨਕ ਸਾਹਿਬ ਜੀ ਤੋਂ ਪ੍ਰਗਟ ਹੋਇਆ, ਉਹ ਕੀ ਸੀ ਕਿ ਜਿਵੇਂ ਜਿੰਨੇ ਸੁਣਿਆ ਅਤੇ ਮਨ 'ਚ ਵਸਾ ਲਿਆ, ਉਹਦਾ ਕਲਿਆਣ ਹੋ ਗਿਆ। ਅਤੇ ਫਿਰ ਜਿਹਨੂੰ ਸ਼ਬਦ ਦਾ ਅਨੁਭਵ ਨਹੀਂ ਪ੍ਰਾਪਤ ਹੋਇਆ, ਉਹ ਆਪਣੇ ਆਪ ਨੂੰ ਅਭਾਗਾ ਸਮਝਦਾ ਸੀ। ਇਸ ਕਰਕੇ ਜਿਸ ਸ਼ਬਦ ਦਾ ਪ੍ਰਕਾਸ਼ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਦਮ ਕਦਮ ਪੁਰ ਕੀਤਾ, ਜਿਸ ਸ਼ਬਦ ਦੀ ਧਾਰਾ ਦਾ ਪ੍ਰਕਾਸ਼ ਗੁਰੂ ਅੰਗਦ ਸਰੂਪ ਦੁਆਰਾ ਹੋਇਆ, ਜਿਸ ਸ਼ਬਦ ਦੇ ਪ੍ਰਕਾਸ਼ ਨੂੰ ਗੁਰੂ ਅਮਰਦਾਸ ਸਾਹਿਬ ਜੀ, ਰਾਮਦਾਸ ਸਾਹਿਬ ਜੀ ਨੇ ਕੀਤਾ, ਕਹਿੰਦੇ ਉਸ ਸ਼ਬਦ ਨੂੰ ਹੁਣ ਆਪ ਜੀ ਨੇ ਪ੍ਰਕਾਸ਼ ਵਿੱਚ ਲੈ ਆਂਦਾ ਹੈ। ਕਿ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਗਿਆਨ ਦੀ ਰਹਿਮਤ ਮਾਨਣੀ ਹੈ, ਅਤੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਵਿੱਤਰ ਬਾਣੀ ਸੰਗਲਿਤ ਕਰਕੇ ਪ੍ਰਕਾਸ਼ ਕਰ ਦਿੱਤਾ ਹੈ। ਕਹਿੰਦੇ ਆਪ ਜੀ ਨੇ ਸ਼ਬਦ ਦਾ ਗੁਰੂ ਰੂਪ ਦੇ ਵਿੱਚ ਪ੍ਰਕਾਸ਼ ਕਰਕੇ ਹਰ ਰਸਨ ਬਸਾਇਓ, ਅਤੇ ਆਪਣੀ ਰਸਨਾ ਦੇ ਉੱਪਰ
ਹਰੀ ਪਰਮੇਸ਼ਰ ਨੂੰ ਵਸਾਇਆ ਹੈ। ਗੁਰੂ ਨਾਨਕ ਅੰਗਦ ਅਮਰ ਲਾਗ, ਉੱਤਮ ਪਦ ਪਾਇਓ। ਤਾਂ ਕਹਿੰਦੇ ਗੁਰੂ ਨਾਨਕ ਅਕਾਲ ਪੁਰਖ ਸਰੂਪ, ਜਿਨ੍ਹਾਂ ਦੇ ਨਾਲ ਭਾਈ ਲਹਿਣਾ ਜੀ ਜੁੜੇ ਤਾਂ ਗੁਰੂ ਅੰਗਦ ਸਰੂਪ ਹੋ ਗਏ। ਗੁਰੂ ਅਮਰਦਾਸ ਸਾਹਿਬ ਜੀ ਜੁੜ ਕੇ, ਇਹਨਾਂ ਗੁਰੂ ਸਾਹਿਬਾਨਾਂ ਨੇ ਜਿਸ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨਾਲ ਜੁੜ ਕੇ ਪਰਮ ਪਦ ਪ੍ਰਾਪਤ ਕੀਤੇ ਹਨ, ਉਸੇ ਗੁਰਤਾ ਦੇ ਮਾਲਕ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਗੁਰ ਅਰਜਨ, ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਭਾਵ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਦੀ ਗੁਰਤਾ ਦੇ ਮਾਲਕ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਭਗਤ ਰੂਪ ਹੋ ਕੇ ਪ੍ਰਗਟੇ ਹੋ। ਬੜ ਭਾਗੀ ਉਨ ਮਾਨਿਓ, ਰਿੱਧ ਸ਼ਬਦ ਵਸਾਇਓ। ਤਾਂ ਭੱਟ ਸਾਹਿਬਾਨ ਆਖਰ ਜ਼ਿਕਰ ਕਰਦੇ ਹਨ ਅਗਲੇ ਸਵਈਏ ਦੇ ਅੰਤਰਗਤ, ਬੜ ਭਾਗੀ ਉਨ ਮਾਨਿਓ, ਕਿ ਉਹਨਾਂ ਉਹ ਸ਼੍ਰੇਸ਼ਟ ਪੁਰਖ ਹਨ ਕਿ ਜਿਨ੍ਹਾਂ ਨੇ ਆਪ ਜੀ ਦੇ ਪਰਮ ਸਰੂਪ ਨੂੰ ਤੱਕਿਆ ਅਤੇ ਫਿਰ ਉਨ ਮਾਨਿਓ, ਭਾਵ ਕਿ ਆਪਣੇ ਤੋਲ ਨੂੰ ਸਹੀ ਤਰ੍ਹਾਂ ਜਾਣਿਆ, ਭਾਵ ਕਿ ਤੁਹਾਨੂੰ ਪ੍ਰਤੱਖ ਮੂਰਤ ਸਮਝ ਲਿਆ। ਕਿਉਂਕਿ ਆਮ ਸੁਰਤ ਕੀ ਸਮਝਦੀ ਹੈ ਕਿ ਜੋ ਗੁਰੂ ਦੀ ਕਿਰਪਾ ਦਾ ਪ੍ਰਕਾਸ਼ ਹੈ ਨਾ, ਉਹ ਜਾਂ ਤਾਂ ਜਵਾਨੀ ਵਿੱਚ ਹੋਏਗਾ ਜਾਂ ਗੁਰੂ ਪੂਰੀ ਸਾਧਨਾ ਕਰ ਲਏਗਾ, ਫਿਰ ਸਾਰੇ ਸ਼ੁਭ ਗੁਣ ਉਹਦੇ ਅੰਦਰ ਵਸਣਗੇ ਅਤੇ ਫਿਰ ਅੱਗੇ ਜਾ ਕੇ ਉਹ ਆਪਣੇ ਗੁਣਾਂ ਦਾ ਪ੍ਰਕਾਸ਼ ਕਰੇਗਾ। ਪਰ ਭੱਟ ਸਾਹਿਬਾਨ ਆਖਦੇ ਹਨ, ਬੜ ਭਾਗੀ ਉਨ ਮਾਨਿਓ, ਜਿਨ੍ਹਾਂ ਨੇ ਆਪ ਜੀ ਨੂੰ ਆਗਮਨ ਤੋਂ ਹੀ ਪ੍ਰਤੱਖ ਸਰਬ ਕਲਾ ਸਮਰੱਥ ਸੰਪੂਰਨ ਜਾਣਿਆ ਹੈ ਅਤੇ ਆਪ ਜੀ ਦੇ ਪਰਮ ਸਰੂਪ ਨੂੰ ਠੀਕ ਬੁੱਝਿਆ ਹੈ। ਕਹਿੰਦੇ ਉਨ ਮਾਨਿਓ, ਉਹੀ ਸਹੀ ਜਾਣਨ ਵਾਲੇ ਹਨ। ਰਿੱਧ ਸ਼ਬਦ ਵਸਾਇਓ, ਅਤੇ ਆਪ ਜੀ ਦੇ ਸ਼ਬਦ ਨੂੰ ਜਿਨ੍ਹਾਂ ਨੇ ਹਿਰਦੇ ਅੰਦਰ ਦ੍ਰਿੜ ਕਰਕੇ ਵਸਾਇਆ ਹੈ। ਮਨ ਮਾਣਕ ਸੰਤੋਖਿਓ, ਗੁਰ ਨਾਮ ਦਿਰੜਾਇਓ। ਅਤੇ ਆਪ ਜੀ ਦੇ ਸ਼ਬਦ ਨੂੰ ਹਿਰਦੇ ਅੰਦਰ ਵਸਾਉਣ ਦੇ ਨਾਲ ਜਿਹੜਾ ਮਨ ਹੈ, ਜਿਹੜਾ ਮਨ ਪਾਰੇ ਦੀ ਤਰ੍ਹਾਂ ਹਰ ਵੇਲੇ ਭਟਕਣ ਵਾਲਾ ਹੈ, ਕਹਿੰਦੇ ਮਾਣਕ ਵਾਂਗ ਅਮੋਲ ਕਰਕੇ ਉਸ ਨੂੰ ਸੰਤੋਖ ਦਿੰਦੇ ਹੋ ਅਤੇ ਗੁਰਨਾਮ ਦ੍ਰਿੜਾਇਓ। ਫਿਰ ਨਾਮ ਰੂਪ ਦੁਆਰਾ ਗਿਆਨ ਦ੍ਰਿੜ ਕਰਵਾਉਂਦੇ ਹੋ। ਅਗੰਮ ਗੋਚਰ ਪਾਰ ਬ੍ਰਹਮ, ਸਤਿਗੁਰ ਦਰਸਾਇਓ। ਅਤੇ ਜੋ ਅਕਾਲ ਪੁਰਖ ਆਪ ਜੀ ਦਾ ਅਗੰਮ ਅਗੋਚਰ ਪਾਰ ਬ੍ਰਹਮ ਸਰੂਪ ਹੈ, ਸਤਿਗੁਰੂ ਸਰੂਪ ਹੈ, ਉਹ ਆਪ ਜੀ ਨੇ ਪ੍ਰਤੱਖ ਪ੍ਰਗਟ ਕੀਤਾ ਹੈ। ਗੁਰ ਅਰਜਨ, ਘਰ ਗੁਰ ਰਾਮਦਾਸ, ਅਨ ਭਉ ਠਹਿਰਾਇਓ। ਤਾਂ ਭੱਟ ਸਾਹਿਬਾਨ ਦੀ ਜ਼ਿਕਰ ਕਰਦੇ ਹਨ, ਹੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ, ਆਪ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਅਨ ਭਉ ਠਹਿਰਾਇਓ। ਅਨ ਭਉ ਠਹਿਰਾਇਓ ਦਾ ਭਾਵ ਗਿਆਨ ਦਾ ਪ੍ਰਕਾਸ਼ ਕਰਨ ਦੇ ਲਈ ਆਇਓ। ਭਾਵ ਕਿ ਆਪ ਜੀ ਨੇ ਆ ਕੇ ਸਹਿਜ ਵਰਤਾਏ ਦਾ ਭਾਵ ਇਹ ਹੈ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪ੍ਰਗਟਣ ਦਾ ਭਾਵ ਹੈ ਕਿ ਜੋ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰਿਆਈ ਦੀ ਕਲਾ ਦਾ ਵਿਸਥਾਰ ਕਰਨਾ ਸੀ, ਉਹਦੇ ਲਈ ਜਿਹੜੀ ਭਗਤ ਗਿਆਨਾਤਮਕ ਸ਼ਖਸੀਅਤ ਦੀ ਲੋੜ ਸੀ, ਕਹਿੰਦੇ ਆਪ ਜੀ ਨੇ ਉਹਨਾਂ ਦੇ ਘਰ ਆ ਕੇ ਉਸ ਅਨੁਭਵ ਨੂੰ ਠਹਿਰਾਓ ਕਰ ਦਿੱਤਾ ਹੈ। ਭਾਵ ਕਿ ਉਹੀ ਕਲਾ ਹੁਣ ਅੱਗੇ ਆਪ ਜੀ ਦੇ ਸਰੂਪ ਦੁਆਰਾ ਪਰਤੇਗੀ। ਇਸ ਕਰਕੇ ਆਪ ਜੀ ਦਾ ਆਗਮਨ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਵਿੱਚ ਬੜੀਆਂ ਰਹਿਮਤਾਂ ਵਾਲਾ ਹੈ। ਜਨਕ ਰਾਜ ਵਰਤਾਇਆ, ਸਤ ਜੁਗ ਆ ਲੀਣਾ। ਤਾਂ ਹੁਣ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ, ਜਨਕ ਰਾਜ ਵਰਤਾਇਆ। ਜਨਕ ਦੇ ਦੋ ਭਾਵ ਹੁੰਦੇ ਹਨ, ਜਿਹੜਾ ਕਿਸੇ ਪਿਤਾ ਤੋਂ ਨਾ ਪੈਦਾ ਹੋਵੇ, ਆਪਣੇ ਆਪ ਤੋਂ ਉਤਪੰਨ ਹੋਵੇ, ਅਤੇ ਜਨਕ ਰਾਜ ਦਾ ਦੂਜਾ ਪ੍ਰਮਾਣ ਹੈ ਜੋ ਜਨਕ ਰਾਜਾ ਸਤਿਯੁਗ ਦੇ ਵਿੱਚ ਕਿਹਾ ਜਾਂਦਾ ਹੈ। ਤਾਂ ਭੱਟ ਸਾਹਿਬਾਨ ਆਖਦੇ ਹਨ, ਜਨਕ ਰਾਜ ਵਰਤਾਇਆ, ਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮੇਂ ਤੱਕ ਜੋ ਹਿੰਦੂ ਅਤੇ ਮੁਸਲਮਾਨ, ਇਹਨਾਂ ਦੋ ਮਜ਼ਹਬਾਂ ਦੀ ਜਿਹੜੀ ਆਪਸੀ ਧਾਰਮਿਕ ਕੱਟੜਤਾ ਦੀ ਜੰਗ ਸੀ, ਬੜੇ ਸਿਖਰ ਤੱਕ ਪਹੁੰਚ ਚੁੱਕੀ ਸੀ। ਆਪ ਜੀ ਨੇ ਇਸ ਗੱਲ ਦਾ ਜ਼ਿਕਰ ਸ਼ਰਵਣ ਕੀਤਾ ਹੋਏਗਾ। ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ, ਜਨਕ ਰਾਜ ਵਰਤਾਇਆ, ਕਿ ਆਪ ਜੀ ਨੇ ਆਪਣੇ ਰਾਜ ਨੂੰ ਵਰਤਾਇਆ, ਭਾਵ ਉਹਦੀ ਸਥਾਪਨਾ ਕੀਤੀ ਕਿ ਪਹਿਲਾਂ ਸਾਰਿਆਂ ਨੂੰ ਇੱਕੋ ਅਕਾਲ ਪੁਰਖ ਦਾ ਮਾਰਗ ਦ੍ਰਿੜ ਕਰਾਇਆ। ਜਿਵੇਂ ਅੱਜ ਵੀ ਦੇਖੋ ਮਜ਼ਹਬਾਂ ਦੇ ਵਿੱਚ ਕੱਟੜਤਾ ਚੱਲਦੀ ਹੈ। ਜਿਹੜੇ ਪਿਓਰ ਸਨਾਤਨੀ ਬ੍ਰਾਹਮਣ ਨੇ, ਉਹ ਜ਼ਿੰਦਗੀ 'ਚ ਮਰਨੀ ਮਰ ਜਾਣਗੇ, ਅੱਲਾ ਸ਼ਬਦ ਮੂੰਹ ਤੋਂ ਨਹੀਂ ਕਹਿਣਗੇ। ਅਤੇ ਜਿਹੜੇ ਸ਼ੁੱਧ ਸੁੰਨੀ ਮੁਸਲਮਾਨ ਨੇ, ਉਹ ਕਦੇ ਰਾਮ ਜਾਂ ਭਗਵਾਨ ਨਹੀਂ ਕਹਿਣਗੇ। ਅੱਜ ਵੀ ਉਹਨਾਂ ਦੇ ਅੰਦਰ ਕੱਟੜਤਾ ਐਸੀ ਚੱਲਦੀ ਹੈ
ਕਹਿੰਦੇ ਆਪ ਜੀ ਨੇ ਅਕਾਲ ਪੁਰਖ ਸਰੂਪ ਦਾ ਜਿਹੜਾ ਮਾਰਗ ਉਸਾਰਨਾ ਸੀ, ਉਹਦਾ ਪਹਿਲਾ ਭੇਦ ਹੀ ਆਪ ਜੀ ਨੇ ਇਹ ਕੀਤਾ ਕਿ ਅਕਾਲ ਪੁਰਖ ਦ੍ਰਿੜਤਾ ਕਰਵਾਈ ਅਤੇ ਉਹਦੀ ਸਰਬ ਸਾਂਝੀ ਵਾਲਤਾ ਨੂੰ ਸ਼ਬਦ ਵਿੱਚ ਸਥਾਪਿਤ ਕੀਤਾ। ਪਹਿਲਾਂ ਜ਼ਿਕਰ ਆਇਆ ਨਾ, ਸ਼ਬਦ ਗੁਰੂ ਪ੍ਰਕਾਸਿਓ। ਹੁਣ ਭੱਟ ਸਾਹਿਬਾਨ ਆਖਦੇ ਜਨਕ ਰਾਜ ਵਰਤਾਇਆ। ਉਹ ਰਾਜ ਵਰਤਾਇਆ ਕਿਵੇਂ, ਸਥਾਪਿਤ ਕਿਵੇਂ ਕੀਤਾ ਕਿ ਆਪ ਜੀ ਨੇ ਸ਼ਬਦ ਦਾ ਮੁੱਢ ਇੱਕ ਓਂਕਾਰ ਦੇ ਨਾਲ ਜੋੜ ਕੇ ਅਤੇ ਉਸੇ ਸ਼ਬਦ ਦੀ ਧਾਰਾ ਦੇ ਵਿੱਚ ਕਿਹਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਅਲਾਏ। ਕਿਉਂਕਿ ਆਪ ਜੀ ਕੋਈ ਨਵਾਂ ਮਜ਼ਹਬ ਉਸਾਰ ਕੇ ਉਸ ਤਰ੍ਹਾਂ ਦੀ ਕੱਟੜਤਾ ਪੈਦਾ ਕਰਨੀ ਆਏ। ਜਿਹੜੇ ਪਹਿਲਾਂ ਚੱਲਦੇ ਹੋਏ ਮਜ਼ਹਬ ਹਨ, ਉਹਨਾਂ ਦੇ ਵਿੱਚ ਜੋ ਪਰਮੇਸ਼ਰ ਦੇ ਸਰੂਪ ਦੀ ਅਨੁਭਵ ਦੀ ਘਾਟ ਹੋ ਗਈ ਹੈ ਜਾਂ ਉਹਨਾਂ ਦਾ ਅਨੁਭਵ ਕਮਜ਼ੋਰ ਹੋ ਗਿਆ ਹੈ, ਉਹਨੂੰ ਸਰਜੀਤ ਕਰਕੇ ਮਾਲਕ ਦੇ ਅਕਾਲ ਪੁਰਖ ਦੇ ਫਿਰ ਚਲਾਉਣ ਆਇਓ। ਕਿਉਂਕਿ ਪਹਿਲਾਂ ਜ਼ਿਕਰ ਆਇਆ ਭਗਤ ਜੋਗ ਕਉ, ਕਿ ਆਪ ਜੀ ਨੇ ਭਗਤੀ ਦਾ, ਗਿਆਨ ਦਾ ਵਿਸਥਾਰ ਕਰਨਾ ਹੈ, ਮਜ਼ਹਬਾਂ ਦੀ ਕੱਟੜਤਾ ਦੇ ਵਿੱਚ ਵਾਧਾ ਨਹੀਂ ਕਰਨਾ। ਇਸ ਕਰਕੇ ਆਖਦੇ ਨੇ ਜਨਕ ਰਾਜ ਵਰਤਾਇਆ। ਆਪਣੇ ਜਨਕ ਰਾਜ ਨੂੰ ਕਿਵੇਂ ਵਰਤਾਉਂਦੇ ਹਨ ਕਿ ਜਦੋਂ ਸ਼ਬਦ ਗੁਰੂ ਦਾ ਪ੍ਰਕਾਸ਼ ਕਰਦੇ ਹਨ, ਸਾਰੀ ਮਾਨਵਤਾ ਲਈ ਸਾਂਝਾ ਕਰ ਦਿੰਦੇ ਹਨ। ਕਿਸ ਦਿਨ ਪਹਿਲਾਂ ਜ਼ਿਕਰ ਪੜ੍ਹਿਆ ਕਿ ਕਿਤੇ ਸਾਨੂੰ ਕੋਈ ਸੁੰਨੀ ਮੁਸਲਮਾਨ, ਜਿਵੇਂ ਸਾਨੂੰ ਇਸ ਸਿੱਖਾਂ ਨੂੰ ਜਾਂ ਕਿਸੇ ਹੋਰ ਮਜ਼ਹਬ ਵਾਲਿਆਂ ਨੂੰ ਕਿਤੇ ਕੁਰਾਨ ਪੜ੍ਹਦਾ ਦੇਖ ਲਵੇ ਤਾਂ ਉਹਦੇ ਮਨ ਅੰਦਰ ਸਖਤ ਘਿਰਣਾ ਪੈਦਾ ਹੋ ਜਾਂਦੀ। ਮਤਲਬ ਉਹਨਾਂ ਦੀ ਸਾਈਕੀ ਇਵੇਂ ਦੀ ਹੈ, ਇੰਝ ਸਨਾਤਨੀ ਬ੍ਰਾਹਮਣਾਂ ਦੀ ਹੈ। ਇੱਕ ਦਫਾ ਕੁਦਰਤੀ ਇਸ ਤਰ੍ਹਾਂ ਦਾ ਵਾਪਰਿਆ ਕਿ ਜੇ ਤੁਹਾਨੂੰ ਪਹਿਲਾਂ ਚੰਗੀ ਤਰ੍ਹਾਂ ਦੀਖਿਤ ਹੋਣਾ ਚਾਹੀਦਾ, ਫਿਰ ਵੇਦ ਪੜ੍ਹਨੇ ਚਾਹੀਦੇ, ਇੰਝ ਵੇਦ ਪੜ੍ਹਨ ਦਾ ਲਾਭ ਨਹੀਂ। ਪਰ ਕਹਿੰਦੇ ਜੋ ਆਪ ਜੀ ਨੇ ਸ਼ਬਦ ਦਾ ਪ੍ਰਕਾਸ਼ ਕੀਤਾ, ਉਹਦੇ ਵਿੱਚ ਜਨਕ ਰਾਜ ਇਉਂ ਸਥਾਪਿਤ ਕੀਤਾ ਕਿ ਆਪ ਜੀ ਦੇ ਸ਼ਬਦ ਪ੍ਰਕਾਸ਼ ਦੇ ਨਾਲ ਕਿਸੇ ਮਜ਼ਹਬ ਦਾ, ਕਿਸੇ ਭਾਸ਼ਾ ਦਾ ਕੋਈ ਮਨੁੱਖ, ਇੱਥੋਂ ਤੱਕ ਕਿ ਜਿਹਨੂੰ ਚੰਡਾਲ ਕਿਹਾ ਜਾਂਦਾ, ਜੇ ਉਹ ਵੀ ਜੁੜ ਜਾਵੇ ਤਾਂ ਕਹਿੰਦੇ ਉਹਦਾ ਵੀ ਕਲਿਆਣ ਹੁੰਦਾ। ਇਸ ਕਰਕੇ ਆਪ ਜੀ ਨੇ ਆਪਣੇ ਜਨਕ ਰਾਜ ਨੂੰ ਸ਼ਬਦ ਦੇ ਪ੍ਰਕਾਸ਼ ਦੁਆਰਾ ਸਥਾਪਿਤ ਕੀਤਾ ਹੈ। ਫਿਰ ਸ਼ਬਦ ਦਾ ਪ੍ਰਕਾਸ਼ ਆਪ ਜੀ ਨੇ ਹਰਿਮੰਦਰ ਦੇ ਅੰਦਰ ਰੱਖਿਆ ਹੈ ਕਿ ਕੋਈ ਇਹ ਕਵੇ ਕਿ ਮੈਂ ਅਰਬ ਵੱਲੋਂ, ਹੁਣ ਜਿਵੇਂ ਅਰਬ 'ਚੋਂ ਆਉਣ ਵਾਲਾ ਮੁਸਲਮਾਨ ਹੈ, ਉਹ ਕਵੇ ਜੀ ਨਹੀਂ, ਜੇ ਮੈਂ ਆਉਣਾ ਸ਼ਬਦ ਦੇ ਦੁਆਰ ਤੱਕ, ਮੈਨੂੰ ਘੱਟੋ ਘੱਟ ਮੇਰਾ ਅਕੀਦਾ ਇਹ ਰਵੇ ਕਿ ਮੈਂ ਆਪਣੀ ਦਿਸ਼ਾ ਨਹੀਂ ਬਦਲਣੀ। ਜਿਵੇਂ ਇਸਲਾਮ ਵਾਲੇ ਅੱਜ ਵੀ ਜਦੋਂ ਨਮਾਜ਼ ਤੋਂ ਬਾਅਦ ਸਜਦਾ ਕਰਦੇ ਨੇ, ਉਹ ਪੱਛਮ ਦਿਸ਼ਾ ਵੱਲ ਕਰਦੇ ਹਨ, ਤਾਂ ਉਹ ਕਹਿਣ ਕਿ ਅਸੀਂ ਆਪਣਾ ਮੂਲ ਸਿਧਾਂਤਕ ਵਿਸ਼ਵਾਸ ਨਹੀਂ ਛੱਡਣਾ, ਭਾਵ ਕਿ ਪੱਛਮ ਦਿਸ਼ਾ ਨਹੀਂ ਛੱਡਣੀ, ਪਰ ਗੁਰੂ ਨਾਨਕ ਦੇ ਦਰ ਘਰ ਦੇ ਵਿੱਚੋਂ ਸ਼ਬਦ ਦਾ ਪ੍ਰਕਾਸ਼ ਲੈਣਾ। ਤਾਂ ਕਹਿੰਦੇ ਉਹਨਾਂ ਦੇ ਅਕੀਦੇ ਨੂੰ ਵੀ ਸਾਬਤ ਰੱਖਿਆ, ਪਰ ਉਹਨਾਂ ਨੂੰ ਗਿਆਨ ਦੀ ਨਿਵਾਜਿਸ਼ ਕਰਨ ਦੇ ਲਈ ਵੀ ਆਪ ਜੀ ਨੇ ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਸਾਜੇ ਹਨ। ਕਈ ਦਫਾ ਮੈਂ ਵੈਸੇ ਇਸ ਨਿੱਜ ਵਿੱਚੋਂ ਜ਼ਿਕਰ ਕਰਦਿਆਂ, ਕਈ ਵਾਰੀ ਕਹਿਣਗੇ ਜੀ ਇਹ ਸਰਬ ਸਾਂਝੀ ਵਾਲਤਾ ਦਿਖਾਉਣੀ ਸੀ ਗੁਰੂ ਸਾਹਿਬ ਨੇ, ਤਾਂ 4 ਦਰਵਾਜ਼ੇ ਬਣਾ ਦਿੱਤੇ। ਮਨੁੱਖ ਇੱਕ ਗੱਲ ਸੋਚੇ ਕਿ ਉਹ ਹਰਿਮੰਦਰ ਸਾਹਿਬ ਦੇ ਤਾਂ 4 ਦਰਵਾਜ਼ੇ ਨੇ, ਦਰਸ਼ਨੀ ਡਿਉੜੀ ਦਾ ਇੱਕੋ ਹੈ, ਉਸ ਤੋਂ ਬਾਅਦ ਫਿਰ ਹਰਿਮੰਦਰ ਸਾਹਿਬ ਦੇ 4 ਨੇ, ਪਰ ਬਾਹਰਲਾ ਮਾਰਗ ਇੱਕੋ ਹੈ। 4 ਦਰਵਾਜ਼ਿਆਂ ਦਾ ਭਾਵ ਕੇਵਲ ਸਾਂਝੀ ਵਾਲਤਾ ਨਹੀਂ ਹੈ। 4 ਦਰਵਾਜ਼ਿਆਂ ਦਾ ਭਾਵ ਹੈ ਕਿ ਜਿਵੇਂ 4 ਦਿਸ਼ਾਵਾਂ ਦੇ ਵਿੱਚ ਸਾਰੀ ਮਨੁੱਖਾਂ ਦੀ ਗਿਣਤੀ ਕੀਤੀ ਜਾਂਦੀ ਹੈ, ਉਹਨਾਂ ਦਿਸ਼ਾਵਾਂ ਦੇ ਵਿੱਚ ਜਿਹੜੀ ਜਿਹੜੀ ਬੰਦਗੀ ਪੈਦਾ ਹੋਣੀ ਹੈ, ਗਿਆਨ ਪੈਦਾ ਹੋਣਾ ਹੈ, ਅਧਿਆਤਮਿਕ ਅਨੁਭਵ ਪੈਦਾ ਹੋਣਾ ਹੈ, ਉਹਨਾਂ ਸਾਰਿਆਂ ਦੀ ਸਿਖਰਲੀ ਮੰਜ਼ਿਲ ਉਹ ਉਸੇ ਢੰਗ ਦੇ ਨਾਲ ਰਹਿੰਦਿਆਂ ਹੋਇਆਂ ਇੱਥੇ ਆ ਕੇ ਸਮਾ ਜਾਵੇਗੀ। ਭਾਵ ਕਿ ਬਾਬਾ ਫਰੀਦ ਸਾਹਿਬ ਜੀ ਇਸਲਾਮ ਦੇ ਜਿਹੜੇ ਹਨ ਪੈਰੋਕਾਰ ਰਹਿੰਦਿਆਂ ਹੋਇਆਂ ਵੀ ਉਹਨਾਂ ਦਾ ਅਨੁਭਵ ਸ਼ਬਦ ਦੇ ਵਿੱਚ ਆ ਕੇ ਇੱਥੇ ਸਮਾ ਜਾਵੇਗਾ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ ਜਨਕ ਰਾਜ ਵਰਤਾਇਆ, ਕਿ ਗੁਰੂ ਸਾਹਿਬ ਜੀ ਆਪ ਜੀ ਨੇ ਅਧਿਆਤਮਿਕ ਰਾਜ ਇਉਂ ਸਥਾਪਿਤ ਕੀਤਾ ਕਿ ਸਾਰੀ ਮਾਨਵਤਾ ਨੂੰ ਪਹਿਲਾਂ ਇੱਕੋ ਅਕਾਲ ਪੁਰਖ ਦਾ ਸੰਕਲਪ ਦੇ ਕੇ ਸਾਰਿਆਂ ਦੇ ਅੰਦਰ ਇੱਕ ਅਕਾਲ ਪੁਰਖ ਦਾ ਜਿਹੜਾ ਹੈ ਭਾਵ ਦ੍ਰਿੜ ਕਰਵਾਇਆ ਹੈ। ਫਿਰ ਜ਼ਿਕਰ ਕਰਦੇ ਹਨ ਸ਼ਬਦ ਦੁਆਰਾ ਉਹਨਾਂ ਨੂੰ ਗਿਆਨ ਬਖਸ਼ਿਸ਼ ਕੀਤਾ ਹੈ। ਇਸ ਕਰਕੇ ਫਿਰ ਹਰਿਮੰਦਰ ਦੁਆਰਾ ਇੱਕ ਸਾਂਝਾ ਕੇਂਦਰ ਦਿੱਤਾ। ਇਸ ਕਰਕੇ ਸਤਿਯੁਗ ਆ ਲੀਣਾ, ਕਿ ਆਪ ਜੀ ਨੇ ਤਾਂ ਐਡੀ ਵੱਡੀ ਕਿਰਪਾ ਕੀਤੀ ਹੈ ਕਿ ਜਿਸ ਸਮੇਂ ਨੂੰ ਦੁਨੀਆ ਕਲਯੁਗ ਕਹਿ ਰਹੀ ਹੈ, ਆਪ ਜੀ ਨੇ ਸ਼ਬਦ ਦਾ ਪ੍ਰਕਾਸ਼ ਕਰਕੇ ਭਗਤੀ ਮਾਰਗ ਦਾ ਆਰੰਭ ਕਰਕੇ ਉਸ ਕਲਯੁਗ ਦੇ ਵਿੱਚ ਸਤਿਯੁਗ ਵਰਤਾ ਦਿੱਤਾ ਹੈ। ਗੁਰ ਸ਼ਬਦੇ ਮਨ ਮਾਨਿਆ ਅਪ ਤੀਜ ਪਤੀਣਾ, ਅਤੇ ਗੁਰ ਸ਼ਬਦ ਦੇ ਨਾਲ ਜਿਨ੍ਹਾਂ ਦਾ ਮਨ ਦ੍ਰਿੜ ਹੋ ਗਿਆ, ਮਾਨਿਆ ਭਾਵ ਸੁਧਰ ਗਿਆ, ਬੱਸ ਵਿੱਚ ਆ ਗਿਆ। ਕਿਉਂਕਿ ਹੁਣ ਜਿਹੜਾ ਮਨ ਹੈ ਉਹ ਨਹੀਂ ਵਸਦਾ, ਹੁਣ ਕੁਦਰਤੀ ਹੈ
ਜਿਵੇਂ ਗੁਰ ਸ਼ਬਦ ਦੇ ਮਨ ਮਾਨਿਆ। ਇਹਦੀ ਰਮਜ ਬੜੀ ਗਹਿਰੀ ਹੈ। ਜਿਵੇਂ ਇਹਦੀ ਰਮਜ ਦਾ ਸਰਲ ਭਾਵ ਇਉਂ ਜ਼ਿਕਰ ਕਰਦਿਆਂ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਰਮ ਸੇਵਕ ਸਨ ਸਾਈ ਮੀਆਂ ਮੀਰ ਜੀ। ਜੇ ਉਹ ਇਸਲਾਮ ਦੇ ਸਿਧਾਂਤਕ ਨੁਕਤੇ ਤੋਂ ਚੱਲਣ ਤਾਂ ਉਹ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕਦੇ ਗੁਰੂ ਨਾ ਕਬੂਲਣ, ਕਿਉਂਕਿ ਉਹ ਮੰਨਦੇ ਨੇ ਕਿ ਹਜ਼ਰਤ ਸਾਹਿਬ ਆਖਰੀ ਪੈਗੰਬਰ ਹੋ ਚੁੱਕੇ ਨੇ। ਪਰ ਕਹਿੰਦੇ ਗੁਰ ਸ਼ਬਦ ਦੇ ਮਨ ਮਾਨਿਆ ਕਿ ਆਪ ਦੀ ਸ਼ਬਦ ਦੇ ਵਿੱਚੋਂ ਅਜਿਹਾ ਪ੍ਰਕਾਸ਼ ਹਰ ਕਿਸੇ ਦੀ ਸੁਰਤ ਅੰਦਰ ਕਰਦੇ ਹੋ ਕਿ ਫਿਰ ਉਹਨੂੰ ਜਦੋਂ ਆਪ ਜੀ ਦੇ ਪਰਮ ਸਰੂਪ ਦਾ ਦੀਦਾਰ ਹੁੰਦਾ ਤੇ ਫਿਰ ਉਹ ਸੱਚ ਭੇਦ ਨੂੰ ਜਾਣ ਲੈਂਦਾ ਹੈ ਕਿ ਗੁਰ ਕਲਾ ਦਾ ਵਿਸਥਾਰ ਹਰ ਯੁੱਗ ਵਿੱਚ ਹੋਇਆ ਹੈ, ਪਰ ਹੁਣ ਉਹ ਗੁਰ ਕਲਾ ਪ੍ਰਤੱਖ ਪ੍ਰਗਟ ਹੋ ਰਹੀ ਹੈ। ਇਸ ਕਰਕੇ ਆਪ ਜੀ ਉਹਨਾਂ ਦੇ ਮਨ ਨੂੰ ਵਸ ਵਿੱਚ ਲੈ ਆਉਂਦੇ। ਅਪਤੀਜ ਪਤੀਣਾ, ਅਤੇ ਜਿਹੜੇ ਕਿਤੇ ਨਹੀਂ ਪਤੀਜਦੇ ਹਨ, ਯੋਗ ਦੇ ਨਾਲ ਵੀ ਨਹੀਂ, ਵੈਰਾਗ ਦੇ ਨਾਲ ਵੀ ਨਹੀਂ, ਹੋਰ ਕਿਸੇ ਤਰ੍ਹਾਂ ਦੀ ਸਾਧਨਾ ਦੇ ਨਾਲ ਵੀ ਨਹੀਂ। ਆਪ ਜੀ ਉਹਨਾਂ ਨੂੰ ਵੀ ਪਤਿਆ ਲੈਂਦੇ ਹੋ, ਭਾਵ ਕਿ ਭਗਤੀ ਦੇ ਮਾਰਗ ਨਾਲ ਉਹਨਾਂ ਦਾ ਵੀ ਕਲਿਆਣ ਕਰਦੇ ਹੋ। ਗੁਰ ਨਾਨਕ ਸੱਚ ਨੀਵ ਸਾਜ, ਸਤਿਗੁਰ ਸੰਗ ਲੀਣਾ। ਤਾਂ ਕਹਿੰਦੇ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਜੋ ਸੱਚ ਸਥਾਪਤੀ ਦੀ ਨੀਂਹ ਰੱਖੀ ਸੀ, ਕਹਿੰਦੇ ਸਤਿਗੁਰ ਸੰਗ ਲੀਣਾ। ਆਪ ਜੀ ਸਤਿਗੁਰੂ ਦੇ ਸੰਗ ਜੁੜ ਕੇ ਉਸ ਨੀਂਹ ਦੀ ਉਸਾਰੀ ਇਸ ਤਰ੍ਹਾਂ ਕਰ ਰਹੇ ਹੋ। ਇਸ ਕਰਕੇ ਗੁਰ ਅਰਜੁਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ, ਕਿ ਗੁਰੂ ਅਰਜਨ ਦੇਵ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਆਪ ਜੀ ਦੇ ਅਪਰੰਪਰ ਸਰੂਪ ਦਾ, ਪਰਮ ਸਰੂਪ ਦਾ ਪ੍ਰਕਾਸ਼ ਹੋ ਕੇ ਸਾਰਾ ਜਗਤ ਆਨੰਦਿਤ ਹੋ ਰਿਹਾ ਹੈ। ਖੇਡ ਖੇਲ ਗੂੜੋ ਕੀਓ ਹਰ ਰਾਏ, ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਮਾਣੋ। ਕਹਿੰਦੇ ਖੇਲ ਗੂੜੋ ਕੀਓ ਹਰ ਰਾਏ, ਕਿ ਹਰ ਰਾਏ ਜੋ ਭਾਵ ਅਕਾਲ ਪੁਰਖ ਸਰੂਪ ਗੁਰੂ ਨਾਨਕ ਹਨ। ਕਹਿੰਦੇ ਉਹਨਾਂ ਨੇ ਇੱਕ ਗੂੜਾ ਖੇਲ ਰਚਿਆ, ਇੱਕ ਗੂੜੇ ਖੇਲ ਦਾ ਪ੍ਰਗਟਾਵਾ ਕੀਤਾ। ਸੰਤੋਖ ਸਮਾਚਰਿਓ, ਕਿ ਉਹਨਾਂ ਨੇ ਆਪ ਜੀ ਸੰਤੋਖ ਦੇ ਸਰ ਵਿੱਚ ਵਿਚਰ ਰਹੇ ਹੋ, ਸੰਤੋਖ ਦਾ ਸੰਸਾਰ ਸਾਜ ਕੇ ਉਹਦੇ ਵਿੱਚ ਰਹਿ ਰਹੇ ਹੋ। ਬਿਮਲ ਬੁੱਧ ਸਤਿਗੁਰ ਸਮਾਣੋ, ਕਿ ਜੇ ਸਤਿਗੁਰੂ ਗੁਰੂ ਨਾਨਕ ਦੇ ਪਰਮ ਗਿਆਨ ਦਾ ਸਰੂਪ ਸੀ, ਉਹ ਆਪ ਜੀ ਦੀ ਨਿਰਮਲ ਬੁੱਧੀ ਅੰਦਰ ਸਮਾ ਗਿਆ ਹੈ। ਆ ਜੋਨੀ ਸੰਭਵਿਓ ਸੋ ਜਸ ਕਲ ਕਵੀਅਣ ਬਖਾਣਿਓ। ਅਤੇ ਕਹਿੰਦੇ ਇਸੇ ਤਰ੍ਹਾਂ ਆ ਜੋਨੀ, ਭਾਵ ਕਿ ਆਪ ਸਰੀਰ ਰੂਪ ਕਰਕੇ ਭਾਵੇਂ ਪ੍ਰਗਟਿਓ ਪਰ ਜੋਨਾਂ ਤੋਂ ਰਹਿਤ ਹੋ। ਸੰਭਵਿਓ, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋ। ਸੋ ਜਸ ਕਲ ਕਵੀਅਣ ਬਖਾਣਿਓ। ਅਤੇ ਭੱਟ ਕਲ ਜੀ ਆਖਦੇ ਹਨ ਕਿ ਆਪ ਜੀ ਦੇ ਇਸੇ ਸਰੂਪ ਨੂੰ ਧਿਆਨ ਧਰ ਕੇ ਭੱਟ ਸਾਹਿਬਾਨਾਂ ਨੇ ਕਿਹਾ ਖੇਲ ਗੂੜੋ ਕੀਓ ਹਰ ਰਾਏ, ਕਿ ਗੂੜੋ ਖੇਲ ਦਾ ਭਾਵ ਕੀ ਪਤਾ ਕੀਤਾ ਹੈ ਕਿ ਜੋ ਸ਼ਬਦ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਅਕਾਲ ਪੁਰਖ ਦੇ ਦਰੋਂ ਘਰੋਂ ਪ੍ਰਾਪਤ ਹੁੰਦਾ ਸੀ ਅਤੇ ਉਹ ਉਸ ਨੂੰ ਰਬਾਬ 'ਤੇ ਉਚਾਰ ਕੇ ਸੰਸਾਰ ਨੂੰ ਵਰਤਾਉਂਦੇ ਸਨ, ਉਹੀ ਸਾਰੇ ਸ਼ਬਦ ਦੀ ਕਲਾ ਆਖਦੇ ਹਨ। ਆਪ ਜੀ ਨੂੰ, ਆਪ ਜੀ ਦੀ ਨਿਰਮਲ ਬੁੱਧ ਦੇ ਵਿੱਚ ਸਤਿਗੁਰੂ ਰੂਪ ਵਿੱਚ ਪ੍ਰਵੇਸ਼ ਕਰ ਗਈ ਹੈ। ਇਸ ਕਰਕੇ ਆਪ ਆਜੋਨੀ ਸੁੱਤੇ ਸਿੱਧ ਪ੍ਰਕਾਸ਼ ਸਰੂਪ ਵਾਲੇ ਹੋ। ਭੱਟ ਕਲ ਜੀ ਆਖਦੇ ਨੇ ਆਪ ਜੀ ਦੇ ਜਸ ਦਾ ਵਿਖਿਆਨ ਕਰਦੇ ਹਾਂ। ਗੁਰ ਨਾਨਕ ਅੰਗਦ ਵਰਿਓ, ਗੁਰ ਅੰਗਦ ਅਮਰ ਨਿਧਾਨ। ਹੁਣ ਇਤਿਹਾਸ ਨੇ ਇੱਕ ਬਣਾਈ ਹੋਈ ਨਾ ਟਰਮ, ਅੱਗੇ ਕਈ ਦਫਾ ਜ਼ਿਕਰ ਕੀਤਾ। ਕਦੇ ਆਪ ਜੀ ਕਿਤੇ ਇਤਿਹਾਸਕ ਨੂੰ ਕਿਤੇ ਤੋਂ ਗੁਰੂ ਸਾਹਿਬਾਨਾਂ ਦਾ ਬਿਰਤਾਂਤ ਪੜ੍ਹੋ, ਉਹਦੇ ਵਿੱਚ ਕਹਿੰਦਾ ਪਹਿਲਾਂ ਗੁਰੂ ਸਾਹਿਬਾਨਾਂ ਨੇ ਯੋਗਤਾ ਕਮਾਈ, ਯੋਗਤਾ ਪ੍ਰਵਾਨ ਹੋ ਗਈ ਅਤੇ ਫਿਰ ਗੁਰੂ ਆਈ ਸਿੰਘਾਸਣ 'ਤੇ ਬੈਠੇ। ਪਰ ਭੱਟ ਸਾਹਿਬਾਨ ਆਖਦੇ ਹਨ ਗੁਰੂ ਨਾਨਕ ਅੰਗਦ ਵਰਿਓ। ਗੁਰੂ ਨਾਨਕ ਦੇਵ ਸਾਹਿਬ ਜਦੋਂ ਭਾਈ ਲਹਿਣਾ ਦੀ ਪਹਿਲੀ ਦਫਾ ਉਹਨਾਂ ਦੇ ਦਰਸ਼ਨ ਕੀਤੇ ਤਾਂ ਜਦੋਂ ਬਾਅਦ 'ਚ ਪਤਾ ਲੱਗਾ ਕਿ ਜਿਹੜੇ ਸਤਿਗੁਰੂ ਸਾਹਿਬ ਜੀ ਮੇਰੀ ਘੋੜੀ ਦੀ ਵਾਗ ਫੜ ਕੇ ਮੈਨੂੰ ਅੱਗੇ ਲੈ ਕੇ ਆਏ ਹਨ, ਇਹੀ ਅਸਲ ਦੇ ਵਿੱਚ ਗੁਰੂ ਨਾਨਕ ਹਨ। ਅਤੇ ਭਾਈ ਲਹਿਣਾ ਜੀ ਨੇ ਖਿਮਾ ਜਾਚਨਾ ਕਰਨੀ ਚਾਹੀ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਰਮ ਵਾਕ ਕੀ ਸਨ ਕਿ ਲਹਿਣਾ ਲੈਣੇ ਦੇ ਯੋਗ ਹੀ ਹੁੰਦਾ ਹੈ। ਇਸ ਕਰਕੇ ਆਖਦੇ ਹਨ। ਉੱਤੇ ਫਿਰ ਹੁਣ ਕਹੇਗਾ ਕਿ ਜੇ ਉਹ ਪਹਿਲਾਂ ਹੀ ਯੋਗ ਸਨ ਜੀ ਤਾਂ ਫਿਰ ਉਹਨਾਂ ਨੇ ਸਾਧਨਾ ਕਿਉਂ ਕੀਤੀ, ਸੇਵਾ ਕਿਉਂ ਕੀਤੀ? ਜਦੋਂ ਵਸਤੀ ਉਹਨਾਂ ਦੀ ਸੀ ਚੁੱਪ ਕਰਕੇ ਦੇ ਦਿੰਦੇ ਉਹਨਾਂ ਨੂੰ। ਸੰਸਾਰ ਨੂੰ ਗੁਰਮੁਖਤਾ ਦਾ ਮਾਰਗ ਦਿਖਾਉਣਾ ਸੀ ਕਿ ਸੰਸਾਰ ਦੇ ਵਿੱਚ ਪੈਦਾ ਹੋਣ ਵਾਲਾ ਆਮ ਜੀਵ ਉਹ ਇਸ ਤਰ੍ਹਾਂ ਦੇ ਭੇਦ ਵਿੱਚ ਨਾ ਰਹਿ ਜਾਵੇ।
ਇਸ ਕਰਕੇ ਫਿਰ ਗੁਰੂ ਸਿੱਖ ਵਾਲਾ ਜੀਵਨ ਜਿਉਂਦਾ ਧਰਤੀ 'ਤੇ, ਤਾਂ ਕਿ ਸਿੱਖ ਦੇ ਜੀਵਨ ਦੇ ਲਈ ਉਹ ਉਚਾਈ ਪੈਦਾ ਹੋ ਜਾਵੇ। ਇਸ ਕਰਕੇ ਆਖਦੇ ਨੇ ਗੁਰੂ ਨਾਨਕ ਅੰਗਦ ਵਰਿਓ। ਜਿਵੇਂ ਗੁਰੂ ਨਾਨਕ ਵਰੇ ਦਾ ਭਾਵ ਹੁੰਦਾ ਹੈ ਕਿ ਇੰਨੇ ਜ਼ਿਆਦਾ ਪ੍ਰਸੰਨ ਹੋ ਜਾਣਾ ਕਿ ਆਪਣਾ ਸੰਪੂਰਨ ਰੂਪ ਅਗਲੇ ਦੇ ਵਿੱਚ ਉਤਾਰ ਦੇਣਾ। ਵਰੇ ਦਾ ਭਾਵ ਹੁੰਦਾ ਇੰਨੇ ਜ਼ਿਆਦਾ ਪ੍ਰਸੰਨਤਾ ਦੇ ਵਿੱਚ, ਜਾਂ ਇੰਨੇ ਜ਼ਿਆਦਾ ਉਹਦੇ 'ਤੇ ਕਾਮਲ ਆਨੰਦਿਤ ਤਰੁੱਠ ਜਾਣਾ ਕਿ ਉਹਨੂੰ ਪੂਰਾ ਆਪਣਾ ਹੀ ਸਰੂਪ ਬਣਾ ਲੈਣਾ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ ਗੁਰੂ ਨਾਨਕ ਅੰਗਦ ਵਰਿਓ। ਜਿਹੜੀ ਸ਼ਬਦ ਦੀ ਕਲਾ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਪ੍ਰਾਪਤ ਹੋਈ, ਅੱਗੇ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਮਿਲੀ, ਅਤੇ ਨਿਧਾਨ ਰੂਪ ਭਾਵ ਖਜ਼ਾਨੇ ਦੇ ਰੂਪ ਵਿੱਚ, ਕਿ ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਨਾਨਕ ਦੇ ਸ਼ਬਦ ਦੀ ਕਲਾ ਦਾ ਵਿਸਥਾਰ 22 ਮੰਜੀਆਂ ਦੁਆਰਾ ਕਰ ਦਿੱਤਾ। ਕਹਿੰਦੇ ਗੁਰੂ ਰਾਮਦਾਸ ਅਰਜੁਨ ਵਰਿਓ ਪਾਰਸ ਪਰਸ ਪਰਮਾਣ, ਕਿ ਉਹੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਤੋਂ ਵਰਸੀ ਹੋਈ ਕਲਾ ਗੁਰੂ ਰਾਮਦਾਸ ਸਾਹਿਬ ਜੀ ਨੂੰ ਪ੍ਰਾਪਤ ਹੋਈ, ਅਤੇ ਗੁਰੂ ਰਾਮਦਾਸ ਸਾਹਿਬ ਜੀ ਤੋਂ ਗੁਰਤਾ ਦੀ ਸਾਰੀ ਕਲਾ ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਜੀ ਨੂੰ ਮੁਬਾਰਕ ਰੂਪ ਦੇ ਵਿੱਚ ਪ੍ਰਾਪਤ ਹੋਈ ਹੈ। ਪਾਰਸ ਪਰਸ ਪਰਮਾਣ, ਅਤੇ ਆਪ ਜੀ ਦਾ ਗੁਰੂ ਚਰਨਾਂ ਦੇ ਨਾਲ ਜੁੜ ਕੇ ਜਿਵੇਂ ਪਾਰਸ ਨੂੰ ਪਰਸ ਕੇ ਕੰਚਨ ਹੋ ਜਾਂਦਾ ਹੈ, ਪਰ ਆਪ ਜੀ ਪਾਰਸ ਨੂੰ ਪਰਸ ਕੇ ਪਾਰਸ ਹੀ ਹੋ ਗਏ ਹੋ। ਇਹ ਜਗਤ ਦੇ ਵਿੱਚ ਪ੍ਰਮਾਣ ਹੈ। ਜਦੋਂ ਭੱਟ ਸਾਹਿਬਾਨ ਪ੍ਰਮਾਣ ਸ਼ਬਦ ਵਰਤਦੇ ਹਨ ਤਾਂ ਸਾਡੀ ਸੁਰਤ ਨੂੰ ਬਾਰ-ਬਾਰ ਇਹ ਸੁਚੇਤ ਕਰਦੇ ਹਨ ਕਿ ਜਿਵੇਂ ਬਾਣੀ ਦੇ, ਜਿਵੇਂ ਭਾਈ ਨੰਦ ਲਾਲ ਜੀ ਕਿਹਾ ਨਾ, ਉਹਨਾਂ ਨੇ 10 ਗੁਰੂ ਸਾਹਿਬਾਨਾਂ ਦੀ ਸਿਫਤ ਉਚਾਰੀ ਹੈ। ਉਹਦੇ ਵਿੱਚ ਉਹਨਾਂ ਦਾ ਇੱਕ ਵਾਕ ਹੈ, ਸਭ ਏਕੋ ਏਕੋ ਕਰਨਾ ਕਛ ਭੇਦ ਨਹੀਂ ਕਾ ਪੇਖਣਾ। ਤਾਂ ਜਦੋਂ ਭੱਟ ਸਾਹਿਬਾਨ ਆਖਦੇ ਹਨ ਪਾਰਸ ਪਰਸ ਪ੍ਰਮਾਣ, ਅਤੇ ਪ੍ਰਮਾਣ ਦਾ ਭਾਵ ਹੈ ਕਿ ਜੋ ਗੁਰੂ ਨਾਨਕ ਜੋਤ ਦਾ ਪ੍ਰਕਾਸ਼ ਗੁਰੂ ਨਾਨਕ ਦੇ ਸਰਗੁਣ ਰੂਪ 'ਚ ਸੀ, ਉਹੀ ਪਰਮ ਪ੍ਰਕਾਸ਼ ਹੁਣ ਗੁਰੂ ਅਰਜਨ ਜੋਤ ਦੇ ਵਿੱਚ। ਇਸ ਕਰਕੇ ਕੋਈ ਭਿੰਨਤਾ, ਕੋਈ ਭੇਦ, ਕੋਈ ਦੁਬਿਧਾ ਸ਼ੰਕਾ ਗੁਰੂ ਜੋਤ ਪ੍ਰਤੀ ਰਹਿ ਨਾ ਜਾਵੇ। ਇਸ ਪ੍ਰਕਾਰ ਭੱਟ ਸਾਹਿਬਾਨ ਦੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅਕਥ ਅਗੋਚਰ ਆਗਮ ਨਿਗਮ ਪਾਰ ਬ੍ਰਹਮ ਪਰਮੇਸ਼ਰ ਪਰਮ ਸਰੂਪ ਦੀ ਸਿਫਤ ਕਥਦਿਆਂ ਹੋਇਆਂ ਗੁਰਮੂਰਤ ਦੇ ਪਰਮ ਦਰਸ਼ਨ ਪਰਮ ਅਨੁਭਵ ਸਾਨੂੰ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਕਿਰਪਾ ਕਰਨ। ਮੁਬਾਵਨ ਸਵਈਆਂ ਦੀ ਵਿਆਖਿਆ ਦਾ ਭਾਵ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਦ੍ਰਿੜ ਹੋ ਜਾਵੇ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਆਪ ਦੇ ਸਨਮੁਖ ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।